HSN ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜ਼ਰਾਂ ਲੈ ਕੇ ਸ਼ਾਮ ਦੀ ਵਿਸ਼ੇਸ਼ ਡਿਸਕਸ਼ਨ ਦਾ ਪ੍ਰੋਗਰਾਮ ਅੱਜ ਦਾ ਲਾਈਵ ਚੱਜ ਦਾ ਲਾਈਵ। ਅੱਜ ਆਪਾਂ ਗੱਲਾਂ ਕਰਾਂਗੇ, ਜੇ ਆਪਾਂ ਲਾਈਵ ਚੱਜ ਦਾ ਕਰਦੇ ਹਾਂ ਤੇ ਸਾਡੇ ਕੋਲ ਅੱਜ ਦੀਆਂ ਸੂਚਨਾਵਾਂ ਵੀ ਬੜੀਆਂ ਚੱਜ ਦੀਆਂ ਆ ਰਹੀਆਂ ਨੇ, ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਜਿਹੜਾ ਹਰ ਕੋਈ ਜਿਹੜਾ ਨਾਗਰਿਕ ਆ ਸਾਡੇ ਦੇਸ਼ ਦਾ ਉਹ ਕੁਛ ਸੰਤੁਸ਼ਟੀ ਮਹਿਸੂਸ ਕਰ ਰਿਹਾ। ਜਿਹੜਾ ਹੁਣ ਤੱਕ ਇੱਕ ਆਪਾਂ ਆਮ ਇੱਕ ਧਾਰਨਾ ਬਣਾਈ ਜਾ ਰਹੀ ਸੀ ਕਿ ਲਓ ਜੀ ਦੇਸ਼ ਦੇ ਵਿੱਚ ਕੁਝ ਨਹੀਂ ਹੈ, ਸਾਡੇ ਹਿੰਦੁਸਤਾਨ 'ਚ ਕੁਝ ਨਹੀਂ ਹੈ, ਵਿਦੇਸ਼ਾਂ 'ਚ ਹੀ ਹੈ ਰੁਜ਼ਗਾਰ, ਵਿਦੇਸ਼ਾਂ 'ਚ ਸਭ ਕੁਛ ਹੈਗਾ, ਵਿਦੇਸ਼ ਬਹੁਤ ਅੱਗੇ ਚੱਲ ਗਏ। ਤੇ ਪੰਜਾਬ ਦੀ ਖਾਸ ਤੌਰ ਤੇ ਗੱਲ ਕਰੀਏ, ਪੰਜਾਬ ਦੀ ਮਾਨਸਿਕਤਾ ਇਸ ਗੱਲ ਨੇ ਬੜੀ ਜਿਹੜੀ ਹੈ ਸਤਾਈ ਹੋਈ ਹੈ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਬਚਿਆ। ਪਰ ਜਿਹੜੇ ਹੁਣ ਅੰਕੜੇ ਆ ਰਹੇ ਨੇ ਉਹਦੇ ਵਿੱਚ ਗੱਲ ਕਰੀਏ GST ਦੀ ਕਲੈਕਸ਼ਨ ਦੀ, ਤਾਂ ਕੱਲ੍ਹ ਹੀ ਵਿੱਤ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹ 'ਚ ਦੱਸਿਆ ਵੀ 200 ਕਰੋੜ ਰੁਪਇਆ GST ਵਧਿਆ, ਜਿਹੜਾ ਕਿ ਪਿਛਲੇ ਨਾਲੋਂ 13% ਵੱਧ ਹੈ। ਔਰ ਇਹਦੇ ਨਾਲ ਹੋਰ ਸੂਬਿਆਂ ਦੀ ਗੱਲ ਕਰੀਏ, ਜਿਹੜੇ ਟੌਪ 10 ਸੂਬੇ ਨੇ, ਟੌਪ 10 ਸੂਬੇ ਭਾਰਤ ਦੇ, ਉਹਨਾਂ ਦੀ ਸਾਰਿਆਂ ਦੀ ਗਰੋਥ ਜਿਹੜੀ ਹੈ 10% ਤੋਂ ਉੱਪਰ ਰਹੀ ਹੈ। ਈਵਨ ਕਿ 27% ਤੱਕ ਗਰੋਥ ਜਿਹੜੀ ਹੈ ਸਾਡੇ ਹਰਿਆਣੇ ਦੀ ਹੈ। ਬੇਸ਼ੱਕ ਉੱਤੇ ਵੀ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਸੂਚਨਾਵਾਂ ਆ ਰਹੀਆਂ ਨੇ, ਰੋਜ਼ਗਾਰ ਨੂੰ ਲੈ ਕੇ ਆ ਰਹੀਆਂ ਨੇ। ਇੱਕ ਦੋ ਦਿਨ ਪਹਿਲੇ ਵੀ ਸੂਚਨਾਵਾਂ ਆਈਆਂ ਸੀ ਇਨਵੈਸਟਮੈਂਟ ਨੂੰ ਲੈ ਕੇ, ਜਿਹੜੀਆਂ ਹਿੰਦੁਸਤਾਨ ਦੀਆਂ ਨਹੀਂ ਪੂਰੇ ਵਰਲਡ ਦੀਆਂ ਟੌਪ 10 ਜਿਹੜੀਆਂ ਟੌਪ 100 ਕੰਪਨੀਆਂ ਨੇ, ਉਹਨਾਂ ਦਾ ਐਡਵਾਈਜ਼ਰ ਹੈ ਇਨਵੈਸਟਮੈਂਟ ਦੇ, ਉਹਦਾ ਬਿਆਨ ਸੀਗਾ, ਉਹਦੀ ਇੱਕ ਇੰਟਰਵਿਊ ਸੀ ਜਿਹਦੇ 'ਚ ਉਹਨੇ ਇਹ ਗੱਲ ਕਹੀ ਸੀ ਕਿ ਹੁਣ ਉਹ ਨਹੀਂ ਗੱਲਾਂ ਰਹੀਆਂ ਕਿ ਜੀ ਦੁਨੀਆ ਦਾ ਜਿਹੜੀ ਲੀਡਰਸ਼ਿਪ ਹੈ ਅਮਰੀਕਾ ਕਰਦਾ ਜਾਂ ਚਾਈਨਾ ਕਰਦਾ ਜਾਂ ਉੱਥੇ ਸਾਰੇ ਇਨਵੈਸਟਰ ਜਾ ਰਹੇ ਨੇ। ਹੁਣ ਆਉਣ ਵਾਲੇ ਸਮੇਂ 'ਚ ਨਾ ਯੂਰਪ ਨੂੰ ਲੋਕੀ ਜਾਣਗੇ, ਨਾ ਕੰਪਨੀਆਂ ਜਿਹੜੀਆਂ ਉਹ ਅਮਰੀਕਾ ਜਾਣਗੀਆਂ ਤੇ ਨਾ ਹੀ ਚੀਨ ਜਾਣਗੀਆਂ, ਬਲਕਿ ਹਿੰਦੁਸਤਾਨ ਹੀ ਇੱਕੋ ਇੱਕ ਡੈਸਟੀਨੇਸ਼ਨ ਆ ਜਿੱਥੇ ਆਉਣ ਵਾਲੇ ਸਮੇਂ 'ਚ ਇਨਵੈਸਟਮੈਂਟ ਜਿਹੜਾ ਕਰਨ ਦਾ ਫਾਇਦਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਦੋ ਮਹਿਮਾਨ ਨੇ, ਪ੍ਰਵੀਨ ਕੁਮਾਰ ਸਰੋਜ ਜੀ। ਸਰੋਜ ਜੀ, ਤੁਹਾਡਾ ਹਾਰਦਿਕ ਸਵਾਗਤ ਜੀ। ਪਹਿਲਾਂ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਹਾਂ ਜੀ। ਦੂਜੇ ਮਹਿਮਾਨ ਨੇ ਸਾਡੇ ਐਡਵੋਕੇਟ ਮੋਹਿਤ ਭਾਰਦਵਾਜ ਜੀ। ਭਾਰਦਵਾਜ ਜੀ, ਤੁਹਾਡਾ ਵੀ ਹਾਰਦਿਕ ਸਵਾਗਤ ਜੀ। ਧੰਨਵਾਦ ਜੀ, ਥੈਂਕ ਯੂ। ਤੋ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਰੋਜ ਜੀ, ਬੇਰੁਜ਼ਗਾਰੀ ਕਹਿੰਦੇ ਪਿਛਲੇ 6 ਮਹੀਨਿਆਂ ਦੇ ਦੌਰਾਨ ਸਭ ਤੋਂ ਘੱਟ ਹੈ, ਪਰ ਅੰਕੜੇ ਆਏ ਆ ਕਹਿੰਦੇ ਚੰਗੇ ਮੌਨਸੂਨ ਕਰਕੇ, ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਆ ਕੰਮਕਾਰ ਲੋਕਾਂ ਨੂੰ ਮਿਲਣ ਲੱਗ ਗਿਆ। ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਜੀ ਜੀ, ਬਹੁਤ ਪੋਜ਼ਿਟਿਵ ਖਬਰ ਹੈ ਸੰਧੂ ਸਾਹਿਬ। ਬੇਰੁਜ਼ਗਾਰੀ ਇੱਕ ਅਜਿਹਾ ਮੁੱਦਾ ਹੈ ਜੋ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ, ਆਜ਼ਾਦੀ ਤੋਂ ਬਾਅਦ ਹੀ ਲਗਾਤਾਰ ਬੇਰੁਜ਼ਗਾਰੀ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ ਹਰੇਕ ਰਾਜਨੀਤਿਕ ਦਲ ਬਹੁਤ ਜ਼ੋਰ ਸ਼ੋਰ ਨਾਲ ਉਠਾਉਂਦਾ ਰਿਹਾ ਹੈ ਜੀ। ਬੇਰੁਜ਼ਗਾਰੀ ਦੀ ਦਰ ਵਿੱਚ ਕਮੀ ਆਉਣਾ ਇੱਕ ਸਕਾਰਾਤਮਕ ਪਹਿਲੂ ਹੈ, ਬਹੁਤ ਸੁਖਦ ਹੈ। ਤੇ ਇਸ ਤੋਂ ਇਲਾਵਾ IMF ਦੀ ਰਿਪੋਰਟ ਨੂੰ ਵੀ ਬਹੁਤ ਉਡੀਕਿਆ ਜਾ ਰਿਹਾ ਸੀ ਕਿ IMF ਆਪਣੀ ਰਿਪੋਰਟ ਦੇ ਵਿੱਚ ਕੀ ਪ੍ਰੋਜੈਕਟ ਕਰੇਗਾ। IMF ਨੇ ਆਪਣੀ ਜੋ ਰਿਪੋਰਟ ਪੇਸ਼ ਕੀਤੀ ਹੈ, ਵਰਲਡ ਇਕਨੋਮਿਕ ਆਊਟਲੁੱਕ ਅਪਡੇਟ ਜੁਲਾਈ 2022 ਗਰੋਥ ਪ੍ਰੋਜੈਕਸ਼ਨਜ਼ ਬਾਈ ਰੀਜਨ, ਇਹਦੇ ਵਿੱਚ ਉਹਨਾਂ ਨੇ ਜੋ ਕਿਹਾ ਯੂਨਾਈਟਿਡ ਸਟੇਟਸ ਦੀ ਜੋ ਗਰੋਥ ਹੈ ਉਹ 2021 ਦੇ ਵਿੱਚ 5.7%, 2022 ਦੇ ਵਿੱਚ ਘਟ ਕੇ 2.3% ਅਤੇ 2023 ਚ 1% ਰਹਿ ਜਾਵੇਗੀ। ਜਿਸ ਅਮਰੀਕਾ ਨੂੰ ਸੁਪਰ ਪਾਵਰ ਮੰਨਿਆ ਜਾਂਦਾ ਹੈ, ਜਿਸ ਅਮਰੀਕਾ ਨੂੰ ਦਾਦਾ ਮੰਨਿਆ ਜਾਂਦਾ ਹੈ, ਉਹ ਲਗਾਤਾਰ ਮੰਦੀ ਵੱਲ ਵਧ ਰਿਹਾ ਹੈ। ਇਸ ਤੋਂ ਇਲਾਵਾ ਯੂਰਪੀ ਦੇਸ਼ ਨੇ 2021 ਦੇ ਵਿੱਚ 5.1%, 2022 ਦੇ ਵਿੱਚ 2.6%, 2023 ਦੇ ਵਿੱਚ 1.2%। ਲੈਟਿਨ ਅਮਰੀਕਾ ਤੇ ਕੈਰੀਬੀਅਨ ਜਿਹੜੇ ਦੇਸ਼ ਨੇ 2021 ਦੇ ਵਿੱਚ 6.9%, 2022 ਦੇ ਵਿੱਚ 3%, 2023 ਦੇ ਵਿੱਚ 2%। ਇਸ ਤਰ੍ਹਾਂ ਇਹ ਜਿਹੜੇ ਆਪਾਂ ਦੇਖਦੇ ਆ, ਇਹ ਜੋ ਵਰਲਡ ਪਾਵਰਸ ਨੇ, ਯੂਰਪੀਅਨ ਦੇਸ਼ ਹੋ ਗਏ, ਅਮਰੀਕਾ ਹੋ ਗਿਆ, ਇਹ ਸਾਰੇ ਦੇਸ਼ ਲਗਾਤਾਰ ਰਿਸੈਸ਼ਨ ਵੱਲ ਜਾ ਰਹੇ ਨੇ। ਤੇ IMF, ਇਹ ਵੀ ਆਪਾਂ ਸਾਰੇ ਜਾਣਦੇ ਆ ਕਿ ਇਹਦੇ ਉੱਪਰ ਅਮਰੀਕਾ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਇਸ ਦੇ ਬਾਵਜੂਦ ਵੀ IMF ਦੀ ਰਿਪੋਰਟ ਦੇ ਵਿੱਚ ਕਲੀਅਰ ਕੱਟ ਇਹ ਮੈਂਸ਼ਨ ਕੀਤਾ ਗਿਆ ਕਿ ਇਹ ਦੇਸ਼ ਮੰਦੀ ਵੱਲ ਜਾ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਦੂਸਰੇ ਰੀਜਨ ਨੇ, ਸਬ ਸਹਾਰਾ ਅਫਰੀਕਾ ਹੋ ਗਿਆ ਜਿਹੜਾ, ਉਹ 2021 ਦੇ ਵਿੱਚ 4.6, 2022 ਦੇ ਵਿੱਚ 3.8 ਤੇ 2023 ਦੇ ਵਿੱਚ 4%।
ਮਤਲਬ ਇਹ ਜਿਹੜੇ ਯੂਰਪੀਅਨ ਕੰਟਰੀਜ਼ ਨੇ ਉਹਨਾਂ ਦੇ ਮੁਕਾਬਲੇ ਕੀਤੇ ਜਾਂਦੇ ਬਿਹਤਰ ਜਿਹੜਾ ਸਬ ਸਹਾਰਾ ਅਫਰੀਕਾ ਦਾ ਏਰੀਆ ਉਹ ਕਰ ਰਿਹਾ ਹੈ। ਹੁਣ ਆਪਾਂ ਮਿਡਲ ਈਸਟ ਅਤੇ ਸੈਂਟਰਲ ਏਸ਼ੀਆ ਉਹ ਵੀ ਅੱਛਾ ਪਰਫਾਰਮ ਕਰ ਰਿਹਾ ਹੈ। ਉਹਦੇ ਵਿੱਚ ਗਿਰਾਵਟ ਹੈ ਜੋ ਜ਼ਿਆਦਾ ਕੋਈ ਦੇਖਣ ਨੂੰ ਨਹੀਂ ਮਿਲ ਰਹੀ। 2021 ਦੇ ਵਿੱਚ 5.8% ਹੈ, 2022 ਦੇ ਵਿੱਚ 4.8% ਹੈ ਤੇ 2023 ਦੇ ਵਿੱਚ 3.5%। ਪਰ ਇਸ ਮੰਦੀ ਦੇ ਦੌਰ ਦੇ ਵਿੱਚ ਜਿਸ ਕਰੋਨਾ ਦੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੀ ਭਿਆਨਕ ਮੰਦੀ ਬਹੁਤ ਸਾਰੇ ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕੀ ਹੈ। ਸ਼੍ਰੀਲੰਕਾ ਦਾ ਬਹੁਤ ਬੁਰਾ ਹਾਲ ਹੈ, ਪਾਕਿਸਤਾਨ ਦਾ ਬਹੁਤ ਬੁਰਾ ਹਾਲ ਹੈ। ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਇਆ ਬਹੁਤ ਜ਼ਿਆਦਾ ਹੇਠਾਂ ਜਾਂਦਾ ਜਾ ਰਿਹਾ ਹੈ। ਉਸ ਦੌਰਾਨ ਜਿਹੜਾ ਐਮਰਜਿੰਗ ਤੇ ਡਿਵੈਲਪਿੰਗ ਏਸ਼ੀਆ ਉਹਦੇ ਜਿਹੜੇ ਅੰਕੜੇ ਨੇ ਉਹ ਕੀ ਕਹਿੰਦੇ ਨੇ, 2021 ਦੇ ਵਿੱਚ 7.3%, 2022 ਦੇ ਵਿੱਚ 4.6%, 2023 ਦੇ ਵਿੱਚ 5%। ਮਤਲਬ 2023 ਦੇ ਵਿੱਚ ਫੇਰ ਉਭਾਰ ਆ ਰਿਹਾ। ਇਹ ਸਾਰੇ ਅੰਕੜਿਆਂ ਦਾ ਮਤਲਬ ਕੀ ਹੈ ਵੀ ਜੋ ਐਮਰਜਿੰਗ ਤੇ ਡਿਵੈਲਪਿੰਗ ਏਸ਼ੀਆ ਹੈ ਉਹ ਹੀ ਦੁਨੀਆ ਦਾ ਜੋ ਅਰਥਤੰਤਰ ਹੈ ਉਸ ਦੀ ਅਗਵਾਨੀ ਕਰੇਗਾ। ਜੇ ਕਿਤੇ ਕੋਈ ਉਮੀਦ ਹੈ ਤਾਂ ਉਹ ਏਸ਼ੀਆ ਦੇ ਵਿੱਚ ਹੀ ਹੈ ਤੇ ਏਸ਼ੀਆ ਦੇ ਵਿੱਚ ਮੁੱਖ ਤੌਰ ਤੇ ਦੋ ਦੇਸ਼ ਸ਼ਾਮਲ ਨੇ, ਚੀਨ ਤੇ ਭਾਰਤ। ਚੀਨ ਅਤੇ ਭਾਰਤ ਹੀ ਇਸ ਦੀ ਅਗਵਾਨੀ ਕਰਨਗੇ। ਸਾਡਾ ਮੁਕਾਬਲਾ ਚੀਨ ਨਾਲ ਹੈ ਅਤੇ ਅੰਕੜੇ ਦੱਸਦੇ ਨੇ ਕਿ ਭਾਰਤ ਚੀਨ ਨੂੰ ਪਛਾੜ ਰਿਹਾ ਹੈ। ਦੇਖੋ ਸੰਧੂ ਸਾਹਿਬ, ਅੰਕੜੇ ਤਾਂ ਇਹ ਨੇ ਪਰ ਜਿਹੜੇ ਸਾਡੇ ਪੰਜਾਬ ਦੇ ਲਿਬਰਲ ਅਤੇ ਕਾਮਰੇਡ ਪੱਤਰਕਾਰ ਨੇ, ਬੁੱਧੀਜੀਵੀ ਨੇ, ਉਹ ਦੇਖੋ ਸਾਡੇ ਦੇਸ਼ ਦੀ ਤੁਲਨਾ ਸ਼੍ਰੀਲੰਕਾ ਨਾਲ ਕਰ ਰਹੇ ਨੇ ਕਿ ਭਾਰਤ ਦੇ ਹਾਲਾਤ ਵੀ ਸ਼੍ਰੀਲੰਕਾ ਵਰਗੇ ਹੋ ਜਾਣਗੇ। ਕਿੱਥੇ ਸ਼੍ਰੀਲੰਕਾ ਆਪਾਂ ਪ੍ਰਵੀਨ ਜੀ ਆਉਨੇ ਆ, ਇਸ ਮੁੱਦੇ ਤੇ ਵੀ ਆਉਨੇ ਆ। ਪਹਿਲੇ ਆਪਾਂ ਜਿਹੜੀਆਂ ਹੋਰ ਪੋਜ਼ਿਟਿਵ ਸੂਚਨਾਵਾਂ ਨੇ ਮੋਹਿਤ ਭਾਰਦਵਾਜ ਜੀ ਸਾਡੇ ਨਾਲ ਬੈਠੇ ਨੇ ਉਹਨਾਂ ਕੋਲ ਲੈਣੇ ਆ, ਕਿਉਂਕਿ ਜੋ ਮੇਰੇ ਕੋਲ ਸੂਚਨਾ ਉਹਦੇ ਮੁਤਾਬਕ ਜਿਹੜੇ ਆ ਕੀਮਤਾਂ ਜਿਹੜੀਆਂ ਘਟੀਆਂ ਨੇ ਉਹਦੇ ਵਿੱਚ ਮੈਨੂਫੈਕਚਰਿੰਗ ਗਰੋਥ ਜਿਹੜੀ ਆ ਪਿਛਲੇ 8 ਮਹੀਨਿਆਂ ਦੀ ਸਭ ਤੋਂ ਜ਼ਿਆਦਾ ਆ। ਔਰ ਇਸ ਦੌਰਾਨ ਜੁਲਾਈ ਮਹੀਨੇ ਦੀ ਇਹ ਟਾਟਾ ਮੋਟਰਸ ਦੀ ਜਿਹੜੀ ਥੋਕ ਵਿਕਰੀ ਆ ਉਹ ਵੀ 57% ਵਧੀ ਆ। ਔਰ ਆਟੋ ਸ਼ੇਅਰਾਂ ਦੇ ਵਿੱਚ ਉਛਾਲ ਆ ਰਿਹਾ, 545 ਅੰਕ ਉਹਦੇ ਨਾਲ ਸੈਂਸੈਕਸ ਵੀ ਚੜਿਆ। ਹੋਰ ਮੋਹਿਤ ਭਾਰਦਵਾਜ ਜੀ ਤੁਹਾਡੇ ਕੋਲ ਕੀ ਸੂਚਨਾਵਾਂ ਨੇ ਔਰ ਇਹ ਜਿਹੜੀਆਂ ਸੂਚਨਾਵਾਂ ਨੇ ਇਹਨਾਂ ਤੋਂ ਕੀ ਅੰਦਾਜ਼ਾ ਲੱਗ ਰਿਹਾ ਕਿ ਆਉਣ ਵਾਲਾ ਸਮਾਂ ਪੰਜਾਬੀਆਂ ਲਈ ਕਿਹੋ ਜਿਹਾ ਰਹੇਗਾ ਤੇ ਹਿੰਦੁਸਤਾਨ ਲਈ ਕਿਹੋ ਜਿਹਾ? ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਔਰ HSN ਚੈਨਲ ਦਾ ਵਿਸ਼ੇਸ਼ ਆਭਾਰੀ ਹਾਂ ਕਿ ਤੁਸੀਂ ਇੱਕ ਬਹੁਤ ਹੀ ਕੰਸਟਰਕਟਿਵ ਉਸਾਰੂ ਟੌਪਿਕ ਦੇ ਉੱਤੇ ਅੱਜ ਜੋ ਹੈ ਡਿਸਕਸ਼ਨ ਰੱਖੀ ਹੈ। ਇਸ ਤਰ੍ਹਾਂ ਦੇ ਟੌਪਿਕ ਜੋ ਹੈ ਡਿਸਕਸ ਵੀ ਹੋਣੇ ਚਾਹੀਦੇ ਆ ਤਾਂ ਕਿ ਸਾਡੇ ਸਮਾਜ ਨੂੰ ਔਰ ਖਾਸ ਕਰ ਜੋ ਗੁੰਮਰਾਹ ਕਰਨ ਵਾਲੀ ਗੈਂਗ ਹੈ ਉਹਦੇ ਤੋਂ ਸਾਡੇ ਸਮਾਜ ਨੂੰ ਛੁਟਕਾਰਾ ਮਿਲ ਸਕੇ ਔਰ ਅਸੀਂ ਪੋਜ਼ਿਟਿਵ ਸਕਾਰਾਤਮਕ ਕਿਰਨ ਵੱਲ ਵੀ ਦੇਖ ਸਕੀਏ। ਨਹੀਂ ਤਾਂ ਨੈਗੇਟਿਵ ਨਕਾਰਾਤਮਕ ਰਾਜਨੀਤੀ ਔਰ ਵਿਸ਼ੇ ਸਮਾਜ ਇੰਨੇ ਪ੍ਰਚਲਿਤ ਨੇ। तो इस करके ਤੁਹਾਡਾ ਵਿਸ਼ੇਸ਼ ਧੰਨਵਾਦ ਆ। ਮੇਰੇ ਨਾਲ ਪੈਨਲਿਸਟ ਸਰੋਜ ਜੀ, ਮੈਂ ਦੇਖ ਰਿਹਾ ਸੀਗਾ ਇਹਨਾਂ ਵਾਂਗੂ ਆંકੜਿਆਂ ਦੀ ਮਾਹਿਰਤਾ ਤਾਂ ਸ਼ਾਇਦ ਮੇਰੇ 'ਚ ਨਹੀਂ ਹੈ ਹੀ ਨਹੀਂ, ਸ਼ਾਇਦ ਵਾਲੀ ਗੱਲ ਨਹੀਂ। ਮੈਂ ਬੜਾ ਪ੍ਰਭਾਵਿਤ ਹੋਇਆ ਇਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਆંકੜੇ ਦੇ ਕਰਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਭਾਰਤ ਆਗਾਮੀ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਭਾਰਤ ਇੱਕ ਉੱਭਰਦਾ ਹੋਇਆ ਡਿਵੈਲਪਿੰਗ ਨੇਸ਼ਨ ਤੋਂ ਡਿਵੈਲਪਡ ਨੇਸ਼ਨ ਵੱਲ ਤੇਜ਼ੀ ਨਾਲ ਜਾ ਰਿਹਾ ਹੈ। ਬੜਾ ਆંકੜਿਆਂ ਦੇ ਨਾਲ ਬੜਾ ਉਹਨਾਂ ਨੇ ਵਿਦ ਫੈਕਟਸ ਐਂਡ ਫਿਗਰਸ ਇਹ ਚੀਜ਼ ਦੱਸੀ ਹੈ। ਆਈ ਐਮ ਰੀਅਲੀ ਕਨਵਿੰਸਡ ਬਾय द फैक्ट्स एंड फिगर्स प्रेजेंटेड बाय ਸਰੋਜ ਜੀ। तो मैं इस यही गल ऐड करांगा कि सानू सकारात्मकता भी रखनी चाहिए है, पॉजिटिव भी रहना चाहिए है, क्योंकि ਅਸੀਂ ਆਪਣੇ ਦੇਸ਼ ਦੀ ਸਰਕਾਰ ਦੇ ਨਾਲ ਇੱਕ ਸਕਾਰਾਤਮਕ ਦ੍ਰਿਸ਼ਟੀ ਨਾਲ ਖੜੇ ਹੋਵਾਂਗੇ ਤਾਂ ਸ਼ਾਇਦ ਜੋ ਟੀਚਾ ਹੈ ਸਾਡਾ ਭਾਰਤ ਦੇਸ਼ ਦਾ ਦੁਬਾਰਾ ਤੋਂ ਦੁਨੀਆ ਦੇ ਵਿੱਚ ਰਾਜ ਕਰਨ ਦਾ, ਵਿਸ਼ਵ ਗੁਰੂ ਬਣਨ ਦਾ, ਉਹ ਜਲਦੀ ਹਾਸਲ ਕਰਾਂਗੇ। तो मैं कुछ चीजें ਐਡ ਔਨ ਕਰਦੇ ਹਾਂ। ਜਿਵੇਂ ਗੱਲ ਕੀਤੀ ਫੋਰਨ ਇਨਵੈਸਟਮੈਂਟ ਦੀ, मैं पिछले दिन ही यूपी गया, ग्रेटर नोएडा च जाकर के मैं देखा, मैं कुछ क्लिप्स भी ले आने वाले समय ते मैं शेयर भी करांगा। आई वाज रियली इंप्रेस्ड। इन्नी जबरदस्त इन्वेस्टमेंट यूपी च हो रही है। वो यूपी जिन्हों ਅਸੀਂ 20 ਸਾਲ ਪਹਿਲਾਂ ਪਛੜਿਆ ਮੰਨਦੇ ਸੀਗੇ, ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ। ਐਡੀਆਂ ਬੜੀਆਂ ਬਿਲਡਿੰਗਸ ਉੱਥੇ ਇੱਕ ਉੱਥੇ ਬਣ ਰਹੀਆਂ ਨੇ, ਬੜੀਆਂ ਇੰਡਸਟਰੀਅਲ ਡਿਵੈਲਪਮੈਂਟ ਹੋ ਰਹੀ ਹੈ, ਇੰਡਸਟਰੀਅਲ ਪਾਰਕ ਉੱਥੇ ਬੜੀਆਂ ਕੰਪਨੀਆਂ ਇਨਵੈਸਟ ਕਰ ਰਹੀਆਂ ਨੇ। ਤਾਂ ਆਮ ਲੈ ਦੇ ਕੇ ਲੋਕਾਂ ਨੂੰ ਰੋਜ਼ਗਾਰ ਹੀ ਵਧੇਗਾ। ਇਸੇ ਤਰ੍ਹਾਂ ਅਸੀਂ ਸਭ ਜਾਣਦੇ ਹਾਂ ਕਿ ਪਿੱਛੇ ਜੇ ਜਦ ਦੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਾਰਜਭਾਰ ਸੰਭਾਲਿਆ 2014 ਤੋਂ ਬਾਅਦ, ਉਹਨਾਂ ਨੇ ਕੁਝ ਬੜੇ ਇੰਪੋਰਟੈਂਟ ਨਾਰੇ ਦਿੱਤੇ ਨੇ। ਵਿਪਕਸ਼ ਨੇ ਮਜ਼ਾਕ ਵੀ ਉਡਾਇਆ ਕਿ ਮੇਕ ਇਨ ਇੰਡੀਆ ਕਿਸ ਤਰ੍ਹਾਂ ਹੋ ਸਕਦਾ ਹੈ, ਮੇਕ ਇਨ ਇੰਡੀਆ ਪੋਸੀਬਲ ਨਹੀਂ ਹੈ, ਕਿਉਂਕਿ ਅਸੀਂ ਚਾਈਨਾ ਤੇ ਡਿਪੈਂਡ ਸੀ, ਅਸੀਂ ਬਾਕੀ ਦੂਸਰੇ ਕੰਟਰੀ ਤੇ ਡਿਪੈਂਡ ਸੀ। ਇੱਕ ਪੋਜ਼ਿਟਿਵ ਸੋਚ ਹੀ ਨਹੀਂ ਸੀ ਸਾਡੇ ਚਾਹੀ ਕਿ ਅਸੀਂ ਵੀ ਮੈਨੂਫੈਕਚਰਿੰਗ ਵਧਾ ਸਕਦੇ ਹਾਂ, ਅਸੀਂ ਵੀ ਦੁਨੀਆ ਨੂੰ ਆਯਾਤ ਦੀ ਬਜਾਏ ਨਿਰਯਾਤ ਕਰ ਸਕਦੇ ਹਾਂ। ਤਾਂ ਮੇਕ ਇਨ ਇੰਡੀਆ ਦੇ ਅਧੀਨ ਬਹੁਤ ਸਾਰੇ ਪ੍ਰੋਜੈਕਟ ਲੱਗੇ ਨੇ। ਆਪਾਂ ਇੱਕ ਐਗਜ਼ਾਮਪਲ ਕਿਸੇ ਵੀ ਮਾਰਕੀਟ 'ਚ ਜਾ ਕੇ ਦੇਖ ਸਕਦੇ ਹਾਂ।
ਕਿੱਥੇ ਚਾਰਜਰ ਆਉਂਦੇ ਸੀ ਚਾਈਨੀਜ਼, ਓਪੋ, ਵੀਵੋ ਜਾਂ ਕਾਰਬਨ, ਇਹ ਕੁਝ ਬੜੀਆਂ ਚਾਈਨੀਜ਼ ਕੰਪਨੀਆਂ ਨੇ। ਹੁਣ ਤੁਸੀਂ ਮਾਰਕੀਟ ਜਾ ਕੇ ਦੇਖੋ, ਅਗਰ ਤੁਸੀਂ 10 ਚਾਰਜਰ ਚੱਕੋਗੇ ਜਾਂ 10 ਅਡਾਪਟਰ ਚੱਕੋਗੇ, ਉਹਨਾਂ ਚੋਂ ਜ਼ਿਆਦਾ ਨਹੀਂ ਤੇ 5-6 ਦੇ ਪਿੱਛੇ ਲਿਖਿਆ ਹੋਏਗਾ ਮੇਕ ਇਨ ਇੰਡੀਆ। ਤੋਂ ਇਹ ਬਦਲਾਵ ਹੈ ਕਿ ਦੇਸ਼ ਦੇ ਵਿੱਚ ਮੈਨੂਫੈਕਚਰਿੰਗ ਵਧੀ ਹੈ, ਦੇਸ਼ ਦੇ ਵਿੱਚ ਇੰਡਸਟਰੀਅਲ ਇਨਵੈਸਟਮੈਂਟ ਹੋਈ ਹੈ। ਤੋਂ ਇਹਦੇ ਨਾਲ ਨਾਲ ਵੋਕਲ ਫॉर ਲੋਕਲ, ਕਿ ਸਾਡੇ ਦੇਸ਼ 'ਚ ਬਣੇਗਾ, ਸਾਡੇ ਦੇਸ਼ 'ਚ ਹੀ ਵਰਤਿਆ ਜਾਏਗਾ, ਸੋ ਦੈਟ ਫੋਰਨ ਡਰੇਨ ਇਨਵੈਸਟਮੈਂਟ ਡਰੇਨ ਨਾ ਹੋਵੇ। ਕਿਉਂਕਿ ਇੱਕ ਬੜਾ ਦੁਰਭਾਗੇ ਨਾਲ ਕਿਹਾ ਜਾਂਦਾ ਹੈ ਕਿ ਮੇਰੇ ਦੇਸ਼ ਦੇ ਤਿਉਹਾਰ, ਮੰਨ ਲਓ ਇਸ ਦੇਸ਼ ਦੀ ਦੀਵਾਲੀ ਸਾਡਾ ਤਿਉਹਾਰ ਹੈ ਨਾ ਜੀ, ਦੀਵਾਲੀ ਸਾਡੀ ਤੇ ਦੀਵੇ ਚਾਈਨਾ ਦੇ, ਰੱਖੜੀ ਸਾਡੀ, ਤਿਉਹਾਰ ਸਾਡਾ, ਫੀਲਿੰਗ ਸਾਡੀਆਂ, ਤੇ ਗੁੱਟ ਦੇ ਕਲਾਈ ਦੇ ਉੱਤੇ ਰੱਖੜੀ ਚਾਈਨਾ ਦੀ। ਇਸੇ ਤਰ੍ਹਾਂ ਕੋਈ ਵੀ ਤਿਉਹਾਰ ਲਗਾ ਲਓ, ਹੋਲੀ ਲਗਾ ਲਓ, ਰੰਗ ਸਾਡੇ, ਹੋਲੀ ਸਾਡੀ ਤੇ ਰੰਗ ਚਾਈਨਾ ਦੇ। ਤੋਂ ਸਾਡੇ ਤਿਉਹਾਰਾਂ ਤੱਕ, ਸਾਡੇ ਸੈਂਟੀਮੈਂਟਸ ਤੱਕ ਘੁਸਪੈਠ ਇਹਨਾਂ ਵਿਦੇਸ਼ੀ ਕੰਪਨੀਆਂ ਦੀ ਹੋ ਚੁੱਕੀ ਸੀ। ਉਹਨੂੰ ਮਾਰਨ ਦੇ ਲਈ ਮੇਕ ਇਨ ਇੰਡੀਆ ਔਰ ਵੋਕਲ ਫॉर ਲੋਕਲ ਦੇ ਨਾਮ ਨਾਲ ਇੰਡੀਆ ਦੇ ਵਿੱਚ ਬਹੁਤ ਅੱਛਾ ਕੰਮ ਹੋ ਰਿਹਾ। ਇਹਦੀ ਹੀ ਇਸੇ ਕਰਕੇ ਮਾਨਯ ਸਰੋਤ ਸਾਹਿਬ ਨੇ ਉਦਾਹਰਨ ਦਿੱਤੀ ਹੈ ਅੰਕੜਿਆਂ ਦੀ। ਅੰਕੜੇ ਇਸੇ ਕਰਕੇ ਆ ਰਹੇ ਨੇ, ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ, ਸਾਨੂੰ ਪੋਜ਼ਿਟਿਵਲੀ ਇਸ ਨੂੰ ਦੇਖਣਾ ਚਾਹੀਦਾ ਹੈ। ਤੁਹਾਡੀ ਗੱਲਬਾਤ ਵਿੱਚ ਇੱਕ ਗੱਲ ਮੈਨੂੰ ਵੀ ਯਾਦ ਆ ਗਈ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਯੂਪੀ ਦੀ, ਕਿ ਉੱਥੇ ਬਹੁਤ ਵੱਡੀਆਂ ਹੁਣ ਬਿਲਡਿੰਗਾਂ ਬਣ ਰਹੀਆਂ, ਬੜਾ ਤਰੱਕੀ ਗੱਲ ਹੈ, ਠੀਕ ਹੈ, ਆਰਥਿਕ ਤੌਰ ਤੇ ਔਰ ਜ਼ਮੀਨਾਂ ਜਾਇਦਾਦਾਂ 'ਚ ਤਰੱਕੀ ਕਰਨੀ ਬੜੀ ਚੰਗੀ ਦੀ ਗੱਲ ਹੈ। ਪਰ ਇੱਕ ਹੋਰ ਚੀਜ਼ ਜੋ ਮੇਰੇ ਧਿਆਨ ਵਿੱਚ ਆਈ ਹੈ, ਉਹ ਮੈਂ ਆਪਣੇ ਵੀਡੀਓਜ਼ ਵੀ ਸ਼ੇਅਰ ਕੀਤਾ ਸੀ ਉਹਦਾ ਇੱਕ, ਕਿ ਉਹਦੇ 'ਚ ਕੀ ਹੈ ਕਿ ਪਿਛਲੇ ਦਿਨੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 401ਵਾਂ ਪ੍ਰਕਾਸ਼ ਦਿਹਾੜਾ ਉੱਥੇ ਮਨਾਇਆ ਗਿਆ ਯੂਪੀ ਦੇ ਵਿੱਚ। ਉੱਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਗਏ ਨੇ, ਜਥੇਦਾਰ ਸਾਹਿਬ, ਤੇ ਬੀਜੇਪੀ ਦੇ ਸੀਨੀਅਰ ਲੀਡਰ ਨੇ ਦਿੱਲੀ ਤੋਂ ਸਿਰਸਾ ਜੀ, ਉਹ ਵੀ ਪਹੁੰਚੇ ਹੋਏ ਸੀ ਜੀ। ਤੋਂ ਉੱਥੇ ਜਿਹੜਾ ਸੰਬੋਧਨ ਕੀਤਾ ਉਹਨਾਂ ਨੇ, ਸੰਬੋਧਨ ਦੇ ਵਿੱਚ ਇੱਕ ਦੋ ਚੀਜ਼ਾਂ ਮੈਂ ਸਮਝਦਾ ਵੀ ਜਿਹੜੀਆਂ ਸਾਡੇ ਪੰਜਾਬੀਆਂ ਨੂੰ ਵੀ ਇਸ ਗੱਲ ਦਾ ਧਿਆਨ, ਆਪਣੇ ਸੰਬੋਧਨ ਵਿੱਚ ਉਹ ਕਹਿੰਦੇ ਜੀ ਜਿਹੜੀ ਗੁਰਮੁਖੀ ਹੈ ਇਹ ਬੜੀ ਪਵਿੱਤਰ ਭਾਸ਼ਾ ਹੈ। ਹੁਣ ਗੁਰਮੁਖੀ ਜਿਹੜੀ ਆ ਸਾਡੇ ਪੰਜਾਬੀਆਂ ਨੂੰ ਨਹੀਂ ਪਤਾ, ਅਸੀਂ ਉਹਨੂੰ ਪੰਜਾਬੀ ਕਹੀ ਜਾਂਦੇ ਹਾਂ। ਜਿਹੜੀ ਗੁਰਮੁਖੀ ਸਾਡੀ ਲਿਪੀ ਹੈ, ਜੇ ਅਸੀਂ ਲਿਖਦੇ ਹਾਂ ਉਹ ਗੁਰਮੁਖੀ ਲਿਪੀ ਹੈ। ਪੰਜਾਬੀ ਸਾਡੀ ਬੋਲੀ ਹੈ, ਪੰਜਾਬੀ ਦੀ ਲਿਪੀ ਨਹੀਂ ਹੈ। ਉਹਨਾਂ ਨੂੰ ਇਸ ਗੱਲ ਦੀ ਸੈਂਸ ਹੈ। ਦੂਜੀ ਗੱਲ, ਉਹ ਕਹਿੰਦੇ ਪਵਿੱਤਰ ਭਾਸ਼ਾ, ਗੁਰੂ ਮਹਾਰਾਜ ਦੇ ਇੱਥੋਂ ਨਾਲ ਇਤਿਹਾਸ ਜੁੜਿਆ ਹੋਇਆ। ਔਰ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਯੂਪੀ ਦੇ ਵਿੱਚ ਪੰਜਾਬੀ ਨੂੰ ਬੋਲਣ ਤੇ ਪੰਜਾਬੀ ਨੂੰ ਲਿਖਣ 'ਚ, ਜਿਹਦਾ ਕਹਿਣ ਦਾ ਭਾਵ ਗੁਰਮੁਖੀ ਉਹਨਾਂ ਨੇ ਸ਼ਬਦ ਵਰਤਿਆ। ਦੇਖੋ, ਕਿਉਂ ਕਹਿੰਦੇ ਗੁਰਮੁਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਅੜਚਨ ਨਹੀਂ ਹੋਣੀ ਚਾਹੀਦੀ। ਅਧਿਕਾਰੀਆਂ ਨੂੰ ਮੇਰਾ ਸਪਸ਼ਟ ਆਦੇਸ਼ ਹੈ। ਔਰ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਸਿਰਫ ਆਰਥਿਕ ਤੌਰ ਤੇ ਨਹੀਂ, ਮੈਨੂੰ ਤਾਂ ਲੱਗਦਾ ਆਉਣ ਵਾਲੇ ਸਮੇਂ ਦਾ ਜਿਹੜਾ ਅੱਜ ਪੰਜਾਬ ਜਿਸ ਚੀਜ਼ ਤੇ ਮਾਣ ਕਰਦਾ ਨਾ, ਕਿ ਗੁਰੂਆਂ ਦੀ ਧਰਤੀ ਹੈ, ਅਸੀਂ ਗੁਰੂਆਂ ਨੂੰ ਸਲੂਟ ਕਰਦੇ ਹਾਂ, ਗੁਰੂਆਂ ਦੇ ਇਤਿਹਾਸ ਨਾਲ ਜੁੜੇ ਹੋਏ ਹਾਂ, ਅਸੀਂ ਉਸ ਰੂਪ ਨਾਲ ਜੁੜੇ ਹੋਏ ਹਾਂ, ਔਰ ਅਸੀਂ ਗੁਰੂਆਂ ਦੀ ਜਿਹੜੀ ਪੈਦਾ ਕੀਤੀ ਹੋਈ ਲਿਪੀ ਹੈ ਗੁਰਮੁਖੀ, ਅਸੀਂ ਉਹਦੇ ਨਾਲ ਜੁੜੇ ਹੋਏ ਹਾਂ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਬਾਣ ਜਿਹੜਾ, ਜਿਸ ਤਰ੍ਹਾਂ ਦੇ ਅਸੀਂ ਅਵੇਸਲਾਪਣ ਵਰਤ ਰਹੇ ਹਾਂ ਪੰਜਾਬੀ, ਇਹ ਬਾਣ ਵੀ ਮੈਨੂੰ ਲੱਗਦਾ ਯੂਪੀ ਕਿਤੇ ਸਾਡੇ ਕੋਲ ਖੋਹ ਕੇ ਨਾ ਲੈ ਜਾਏ। ਇਹੋ ਜਿਹੇ ਹਾਲਾਤ ਅਸੀਂ ਬਣਾ ਦਿੱਤੇ ਨੇ। ਤੋਂ ਸਾਨੂੰ ਇੱਧਰ ਪਾਸੇ ਵੀ ਜਿਹੜਾ ਉਹ ਧਿਆਨ ਦੇਣ ਦੀ ਲੋੜ ਹੈ। ਤੋਂ ਆਪਾਂ ਸਰੋਜ ਜੀ ਕੋਲ ਚੱਲਦੇ ਹਾਂ। ਸਰੋਜ ਜੀ, ਕੀ ਲੱਗਦਾ ਕਿ ਜਿਹੜੇ ਇਹ ਅੰਕੜੇ ਆਏ ਨੇ, ਟੌਪ 10 ਰਾਜਾਂ ਦੇ ਵਿੱਚ ਪੰਜਾਬ ਦੀ ਵੀ ਗੱਲ ਹੋ ਗਈ ਹੈ, ਹਾਲਾਂਕਿ ਬਹੁਤ ਥੋੜਾ GST ਵਧਿਆ, ਪਰਸੈਂਟੇਜ ਦਾ 13% ਵੱਧ ਗਿਆ, ਤੇ ਪਰ ਹਰਿਆਣਾ ਸਾਡਾ ਕਹਿੰਦੇ ਸੀ ਛੋਟਾ ਭਰਾ ਆ, ਉਹ ਇਸ ਮਾਮਲੇ 'ਚ ਵੱਡਾ ਭਰਾ ਸਾਬਤ ਹੁੰਦਾ ਨਜ਼ਰ ਆ ਰਿਹਾ। ਕੀ ਕਹਿੰਦੇ ਨੇ ਅੰਕੜੇ? ਸੰਧੂ ਸਾਹਿਬ, ਪੰਜਾਬ ਸ਼ੁਰੂ ਤੋਂ ਹੀ ਖੁਸ਼ਹਾਲ ਸੂਬਾ ਰਿਹਾ ਹੈ। ਹਰੀ ਕ੍ਰਾਂਤੀ ਬਾਗਡੋਰ ਪੰਜਾਬ ਦੇ ਹੱਥਾਂ 'ਚ ਰਹੀ ਹੈ। ਪੰਜਾਬ ਨੇ ਯਾਨੀ ਕਿ ਲੀਡਰਸ਼ਿਪ ਦਾ ਰੋਲ ਅਦਾ ਕੀਤਾ ਹੈ। ਜਦੋਂ ਸਾਡੇ ਦੇਸ਼ ਵਿੱਚ ਅਨਾਜ ਦੀ ਬਹੁਤ ਕਮੀ ਸੀ, ਜਦੋਂ ਸਾਨੂੰ ਬਾਹਰਲੇ ਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਸੀ, ਪੰਜਾਬ ਨੇ ਲੀਡਰਸ਼ਿਪ ਵਾਲਾ ਰੋਲ ਜਿਹੜਾ ਨਿਭਾਇਆ ਇਸ ਦੇ ਵਿੱਚ। ਤੇ ਮੈਂ ਅੱਜ ਵੀ ਮੇਰੇ ਸਮੂਹ ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਸਮਾਂ ਬਹੁਤ ਬਦਲ ਚੁੱਕਾ ਹੈ। ਖੇਤੀ ਦੀ ਤਕਨੀਕ ਬਹੁਤ ਬਦਲ ਚੁੱਕੀ ਹੈ। ਅੱਜ ਫੇਰ ਪੰਜਾਬ ਨੂੰ ਦੁਬਾਰਾ ਲੀਡਰਸ਼ਿਪ ਵਾਲਾ ਰੋਲ ਹੀ ਇਸ ਮਾਮਲੇ 'ਚ ਨਿਭਾਉਣਾ ਚਾਹੀਦਾ ਹੈ। ਉਸਨੂੰ ਆਪਣੀਆਂ ਪਰੰਪਰਾਗਤ ਤਕਨੀਕਾਂ, ਆਦਤਾਂ ਵਿੱਚ ਬਦਲਾਵ ਲਿਆਉਣਾ ਚਾਹੀਦਾ ਹੈ ਅਤੇ ਪੂਰੇ ਦੇਸ਼ ਦੀ ਖੇਤੀ ਸੈਕਟਰ ਦੇ ਵਿੱਚ ਦੁਬਾਰਾ ਤੋਂ ਲੀਡਰਸ਼ਿਪ ਵਾਲੀ ਭੂਮਿਕਾ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਆਉਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਕਿਸਾਨ ਸਮਰੱਥ ਨੇ। ਪੰਜਾਬ ਦੇ ਕਿਸਾਨਾਂ ਕੋਲ ਵੱਧ ਰਕਬਾ ਸਾਡੇ ਦੇਸ਼ ਦੇ ਕਿਸੇ ਵੀ ਹੋਰ ਸੂਬੇ ਦੇ ਵਿੱਚ, ਹਰਿਆਣੇ ਨੂੰ ਛੱਡ ਦਈਏ ਤੇ ਪੱਛਮੀ ਯੂਪੀ ਨੂੰ ਛੱਡ ਦਈਏ, ਬਾਕੀ ਦੇਸ਼ ਦੇ ਵਿੱਚ ਕਿਸਾਨਾਂ ਕੋਲ ਕਿੱਲਾ, 2 ਕਿੱਲੇ, 3 ਕਿੱਲੇ, 4 ਕਿੱਲੇ ਏਦਾਂ ਪੈਲੀ ਹੈ। 2-2, 3-3 ਕਿੱਲਿਆਂ ਵਾਲੇ ਕਿਸਾਨ ਨੇ, ਪਰ ਪੰਜਾਬ ਦੇ ਵਿੱਚ ਵੱਡੇ ਵੱਡੇ ਕਿਸਾਨ ਨੇ ਔਰ ਆਰਥਿਕ ਤੌਰ ਤੇ ਸੰਪੰਨ ਨੇ। ਉਹ ਜੋ ਨਵੀਆਂ ਤਕਨੀਕਾਂ ਆ ਰਹੀਆਂ ਨੇ, ਜੋ ਨਵੀਆਂ ਲੋੜਾਂ ਨੇ, ਜੋ ਬਾਜ਼ਾਰ ਦੇ ਵਿੱਚ ਗ੍ਰਾਹਕ ਦੀ ਮੰਗ ਹੈ,
ਉਹਨੂੰ ਆਸਾਨੀ ਨਾਲ ਉਹ ਪੂਰਤੀ ਕਰ ਸਕਦੇ ਨੇ ਤੇ ਦੁਬਾਰਾ ਲੀਡਰਸ਼ਿਪ ਦੇ ਰੋਲ ਦੇ ਵਿੱਚ ਆ ਸਕਦੇ ਨੇ। ਮੇਰੀ ਤਾਂ ਇਹੀ ਬੇਨਤੀ ਹੈ। ਸਰੋਜੀ ਇੱਥੇ ਇੱਕ ਚੀਜ਼ ਜ਼ਰੂਰ ਆਉਂਦੀ ਆ, ਤੁਸੀਂ ਖੇਤੀ ਸੈਕਟਰ ਦੀ ਗੱਲ ਕੀਤੀ ਹੈ, ਪਰ ਖੇਤੀ ਸੈਕਟਰ ਜੇ ਵੱਡੇ ਕਿਸਾਨ ਦੀ ਗੱਲ ਕਰੀਏ, ਠੀਕ ਹੈ ਮਸ਼ੀਨਰੀ ਉਹ ਸਭ ਤੋਂ ਵੱਧ ਖਰੀਦ ਸਕਦਾ ਹੈ, ਇੱਥੇ ਖਪਤ ਹੈ। ਇੱਥੇ ਪਹਿਲਾਂ ਵੀ ਜਿਹੜੇ ਆ ਛੋਟੇ ਜਿਹੜੇ ਕਿਸਾਨ ਨੇ 2 ਜਾਂ 3 ਏਕੜ ਵਾਲੇ ਉਹ ਵੀ ਟਰੈਕਟਰ ਲਈ ਜਾਂਦੇ ਨੇ ਵੱਡੇ ਵੱਡੇ, ਠੀਕ ਹੈ ਇੱਥੇ ਖਪਤ ਹੋ ਸਕਦੀ ਹੈ। ਪਰ ਪਾ ਲਾ ਕੇ ਇੱਥੇ ਟਰੈਕਟਰ ਬਣਾਉਣ ਦੀ ਇੱਕੋ ਇੱਕ ਫਰਮ ਹੈ ਸੋਨਾਲੀਕਾ, ਠੀਕ ਹੈ। ਉਸ ਤੋਂ ਇਲਾਵਾ ਇੱਥੇ ਜਿਹੜੇ ਬਾਕੀ ਦੇ ਸਮਾਨ ਬੜਾ ਹਾਲਾਂਕਿ ਸਾਰਾ ਪਾਸੇ ਸਮਾਨ ਬਣਦਾ, ਪਰ ਉਹਦੀ ਜਿਹੜੀ ਅਸਲੀ ਗੱਲ ਇਹ ਹੈ ਕਿ ਜੇ ਅਸੀਂ ਹੁਣ ਤੱਕ ਜਿਹੜੇ ਪੈਸਟੀਸਾਈਡ ਤੇ ਡਿਪੈਂਡ ਕਰਦੇ ਆ, ਕੈਮੀਕਲ ਰਸਾਇਣਿਕ ਖਾਦਾਂ ਤੇ ਡਿਪੈਂਡ ਹੋ ਰਿਹਾ, ਅਗਰ ਅਸੀਂ ਉਹ ਧਾਰਨਾ ਆਪਣੀ ਨਹੀਂ ਛੱਡਾਂਗੇ ਔਰ ਇਹ ਜਿਹੜਾ ਇੰਡਸਟਰੀ ਹੈ ਖੇਤੀ ਦੇ ਨਾਲ ਖੇਤਾਂ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਜਿਹੜੀ ਇੰਡਸਟਰੀ ਹੈ ਉਹਨੂੰ ਅਸੀਂ ਪ੍ਰਮੋਟ ਨਹੀਂ ਕਰਾਂਗੇ, ਉਹਦੇ ਪਾਸੇ ਸਰਕਾਰ ਵੀ ਸਾਡਾ ਧਿਆਨ ਨਹੀਂ ਦੇਗੀ, ਤਾਂ ਅਸੀਂ ਪਿਛੜੇ ਹੀ ਰਵਾਂਗੇ। ਹਰਿਆਣੇ ਦੀ ਗੱਲ ਕਰਦੇ ਹਾਂ, ਹਰਿਆਣੇ ਦੇ 5330 ਕਰੋੜ ਜਿਹੜਾ ਸੀ ਪਿਛਲੀ ਵਾਰ ਦਾ GST ਕਲੈਕਸ਼ਨ ਸੀਗਾ 2021 ਦਾ, ਐਤਕੀ 6791 ਕਰੋੜ ਹੋ ਗਿਆ, ਉਹਨਾਂ ਦਾ 27% ਗਰੋਥ ਆਈ ਹੈ। ਜਦੋਂ ਕਿ ਸਾਡਾ ਪੰਜਾਬ ਦਾ ਜਿਹੜਾ GST ਹੈ ਉਹ 1533 ਕਰੋੜ ਹੈ ਸਿਰਫ, ਉਦੋਂ ਅੱਧ ਵਿੱਚ ਵੀ ਨਹੀਂ ਠਹਿਰਦਾ, ਤੀਜਾ ਹਿੱਸਾ ਵੀ ਹੈ। ਸੋ ਮੈਂ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਕਹੂੰਗਾ ਕਿ ਉੱਥੇ ਇੰਡਸਟਰੀ ਵੱਲ ਜ਼ਰੂਰ ਧਿਆਨ ਦਿੱਤਾ ਗਿਆ, ਤੇ ਜੇ ਪੰਜਾਬ ਨੂੰ ਅਸੀਂ ਬਚਾਉਣਾ, ਖੇਤੀਬਾੜੀ ਦੀ ਗੱਲ ਕਰਦੇ ਸਾਨੂੰ ਧਿਆਨ ਦੇਣਾ ਪੈਣਾ। ਖੇਤੀਬਾੜੀ ਦਾ ਮਕਸਦ ਇਹ ਨਹੀਂਗਾ ਕਿ ਅਸੀਂ ਇੰਡਸਟਰੀ ਨਹੀਂ ਲੱਗਣ ਦੇਣੀ। ਆਮ ਤੌਰ ਤੇ ਕੀ ਭਾਵਨਾ ਲੈ ਲਈ ਜਾਂਦੀ ਹੈ ਕਿ ਜੇ ਖੇਤੀਬਾੜੀ ਦੀ ਗੱਲ ਹੋ ਰਹੀ ਜੀ, ਜੇ ਇੰਡਸਟਰੀ ਲੱਗੇ ਤਾਂ ਖੇਤੀ ਨਹੀਂ ਹੋਣੀ। ਇੰਡਸਟਰੀ ਕਦੀ ਵੀ ਖੇਤੀਬਾੜੀ ਦਾ ਜਿਹੜਾ ਉਹ ਵਿਰੋਧੀ ਨਹੀਂ ਹੋ ਸਕਦੀ। ਇਸ ਗੱਲ ਨੂੰ ਮੈਨੂੰ ਲੱਗਦਾ ਜ਼ਰੂਰ ਧਿਆਨ 'ਚ ਰੱਖਣ ਦੀ ਲੋੜ ਹੈ, ਔਰ ਇਹਨੂੰ ਸਾਡੇ ਬੁਲਾਰੇ ਵੀ ਧਿਆਨ 'ਚ ਰੱਖਣਗੇ। ਇਹਦੇ ਉੱਤੇ ਸੁਜੈਸਟ ਜ਼ਰੂਰ ਕਰਨਗੇ ਪੰਜਾਬ ਦੇ ਕਿਸਾਨਾਂ ਨੂੰ ਕਿ ਆਪਣੀ ਮੁਹਾਰਤ ਵਜੋਂ ਕਿ ਕੀ ਕਹਿਣਾ ਚਾਹੋਗੇ ਕਿ ਇਹਨੂੰ ਕਿਵੇਂ ਜਿਹੜਾ ਅਸੀਂ ਇਹੋ ਜਿਹਾ ਬਿਜ਼ਨਸ ਮਾਡਲ ਪੰਜਾਬ ਦਾ ਬਣਾਈਏ ਜਿਹਦੇ ਨਾਲ ਖੇਤੀਬਾੜੀ ਦਾ ਨੁਕਸਾਨ ਵੀ ਜਿਹੜਾ ਸਾਨੂੰ ਨਾ ਲੱਗੇ ਕਿ ਹੋ ਰਿਹਾ, ਤੇ ਨਾਲ ਦੇ ਨਾਲ ਸਾਡੀ ਜਿਹੜੀ ਇੰਡਸਟਰੀ ਹੈ ਉਹ ਵੀ ਆਵੇ ਤੇ ਲੋਕਾਂ ਨੂੰ ਰੁਜ਼ਗਾਰ ਦੇ ਜਿਹੜੇ ਮੌਕੇ ਪੰਜਾਬ ਵਿੱਚ ਵੀ ਜ਼ਿਆਦਾ ਮਿਲਣ। ਜੀ ਸੰਧੂ ਸਾਹਿਬ ਗੱਲ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਪੰਜਾਬ ਦੇ ਵਿੱਚ ਜੋ ਵੀ ਇਨਵੈਸਟਮੈਂਟ ਆਵੇ, ਜੋ ਵੀ ਇੰਡਸਟਰੀ ਆਵੇ, ਉਹ ਖੇਤੀ ਨੂੰ ਮੁੱਖ ਰੱਖ ਕੇ ਹੀ ਆਵੇ। ਪਦਾਰਥ ਇੱਕ ਅਜਿਹੀਆਂ ਵਸਤਾਂ ਨੇ ਜਿਨ੍ਹਾਂ ਦੀ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਰਹਿਣ ਵਾਲੇ ਸਭ ਤਰ੍ਹਾਂ ਦੇ ਲੋਕਾਂ ਨੂੰ ਹੁੰਦੀ ਹੈ, ਕਿਉਂਕਿ ਤੋਂ ਬਿਨਾਂ ਅਸੀਂ ਸਰਵਾਈਵ ਹੀ ਨਹੀਂ ਕਰ ਸਕਦੇ ਜੀ। ਤੇ ਪੰਜਾਬ ਦੀ ਭਾਰਤ ਦੇ ਵਿੱਚ ਮਿੱਟੀ ਬਹੁਤ ਉਪਜਾਊ ਹੈ, ਬਹੁਤ ਡਾਈਵਰਸਿਟੀ ਹੈ ਬੀਜਾਂ ਦੇ ਵਿੱਚ ਹੀ। ਇਸ ਕਰਕੇ ਮੈਂ ਤਾਂ ਚਾਹੁੰਦਾ ਵੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਬੇਨਤੀ ਕਰਦਾ ਵੀ ਉਹ ਆਪਣੀਆਂ ਨੀਤੀਆਂ ਨੂੰ ਖੇਤੀ ਸੈਕਟਰ ਨੂੰ ਮੁੱਖ ਰੱਖ ਕੇ ਬਣਾਉਣ, ਵੀ ਜੋ ਇੰਡਸਟਰੀ ਸਾਡੇ ਪੰਜਾਬ ਦੇ ਵਿੱਚ ਆਵੇ ਉਹ ਖੇਤੀ ਸੈਕਟਰ ਨੂੰ ਪ੍ਰਫੁੱਲਤ ਕਰਨ ਵਾਲੀ ਹੋਵੇ। ਜਿਵੇਂ ਕਿ ਅਸੀਂ ਦੇਖਦੇ ਹਾਂ ਵੀ ਭੰਡਾਰਨ ਦੀ ਸਮਰੱਥਾ ਸਾਡੇ ਕੋਲ ਪ੍ਰੋਪਰ ਨਹੀਂ ਹੈ, ਚੀਜ਼ਾਂ ਸਬਜ਼ੀਆਂ ਦੀ, ਫਲਾਂ ਦੀ ਸਾਂਭ ਸੰਭਾਲ ਦੀ ਸਮਰੱਥਾ ਸਾਡੇ ਕੋਲ ਨਹੀਂ ਹੈ, ਸਾਡੇ ਕੋਲ ਕੋਲਡ ਸਟੋਰੇਜ ਨਹੀਂ ਹੈਗੇ, ਸਾਡੇ ਕੋਲ ਗੋਦਾਮ ਨਹੀਂ ਹੈਗੇ, ਫਿਰ ਉਸ ਤੋਂ ਬਾਅਦ ਪ੍ਰੋਸੈਸ ਕਰਕੇ ਉਸ ਦੀ ਪੈਕੇਜਿੰਗ ਦੇ ਸਾਡੇ ਕੋਲ ਸਾਧਨ ਨਹੀਂ ਹੈਗੇ ਜੋ ਵਾਧੂ ਜਿਹੜੀ ਸਰ ਤੁਸੀਂ ਗੱਲ ਕਰ ਰਹੇ ਹੋ ਉਹਦਾ ਪ੍ਰਬੰਧ ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਕਾਰ ਨੇ, ਕੇਂਦਰ ਦੀ ਨੇ। ਤੇ ਮੈਨੂੰ ਲੱਗਦਾ ਇਹਦੇ ਤੇ ਮੋਹਿਤ ਭਾਰਦਵਾਜ ਜੀ ਮੁਸਕਰਾ ਰਹੇ ਸੀ। ਮੋਹਿਤ ਭਾਰਦਵਾਜ ਜੀ ਨੂੰ ਥੋੜਾ ਜਿਹਾ ਮੌਕਾ ਦਈਏ। ਮੋਹਿਤ ਭਾਰਦਵਾਜ ਜੀ ਇਹਨਾਂ ਦੀ ਗੱਲ ਦੇ ਵਿੱਚ ਐਡ ਕਰਿਓ ਜਰਾ ਕਿ ਜੋ ਸਰੋਜ ਜੀ ਕਹਿ ਰਹੇ ਨੇ ਬੜੀ ਅੱਛੀ ਗੱਲ ਕਹਿ ਰਹੇ ਨੇ, ਤੇ ਤੁਸੀਂ ਦੱਸਿਓ ਜਰਾ ਕਿ ਕਿਵੇਂ ਸੰਭਵ ਹੋ ਸਕਦਾ ਜਿਹੜੀ ਇਹ ਗੱਲ ਕਹਿ ਰਹੇ ਨੇ ਪੰਜਾਬ। ਬਿਲਕੁਲ ਠੀਕ ਹੈ ਜੀ। ਸਾਡੇ ਸੂਬੇ ਦੀਆਂ ਸਰਕਾਰਾਂ ਸੋਚਣ ਨਾ ਸੋਚਣ ਉਸ ਪਾਸੇ ਕਿ ਅਸੀਂ ਐਗਰੀਕਲਚਰ ਸੈਕਟਰ ਨੂੰ ਇੰਡਸਟਰੀਅਲ ਸੈਕਟਰ ਦੇ ਨਾਲ ਕਿਵੇਂ ਜੋੜਨਾ ਹੈ, ਪਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਨੀਤੀ ਔਰ ਉਹਨਾਂ ਦੀ ਜੋ ਸੋਚ ਹੈ ਇੰਨੀ ਦੂਰਦਰਸ਼ੀ ਹੈ ਕਿ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦਾ ਪ੍ਰਬੰਧ ਕੀਤਾ ਹੋਇਆ ਸੀ। ਉਸੇ ਨੂੰ ਲੈ ਕਰਕੇ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਬਾਰ-ਬਾਰ ਅਪੀਲ ਕੀਤੀ ਹੈ ਕਿ ਆਓ ਰਵਾਇਤੀ ਖੇਤੀ ਦੇ ਢੰਗ ਛੱਡ ਕੇ ਖੇਤੀ ਨੂੰ ਆਪਾਂ ਇੰਡਸਟਰੀ ਦੇ ਨਾਲ ਜੋੜੀਏ। ਮਾਨੇ ਫੂਡ ਪ੍ਰੋਸੈਸਿੰਗ ਯੂਨਿਟ ਹੋਣ ਸਾਡੀ ਸਟੇਟ ਦੇ ਵਿੱਚ। ਸਾਡੀ ਸਟੇਟ ਦੇ ਵਿੱਚ ਜਿਸ ਤਰ੍ਹਾਂ ਮੰਨ ਲਓ ਫੋਰ ਐਗਜ਼ਾਮਪਲ ਆਲੂ ਬਣਾਉਣ ਦੀ ਉਹ ਆਪਣੇ ਚਿਪਸ ਬਣਾਉਣ ਦੀ ਫੈਕਟਰੀ ਹੈ, ਇੰਡਸਟਰੀ ਹੈ, ਤਾਂ ਲੇਜ਼ ਵਗੈਰਾ ਇਹ ਕੰਪਨੀਆਂ ਸਾਡੇ ਇੱਥੇ ਆ ਕੇ ਕਿਉਂ ਨਾ ਖੋਲਣ, ਕਿਉਂਕਿ ਸਭ ਤੋਂ ਵੱਧ ਅੱਛੀ ਕੁਆਲਿਟੀ ਦਾ ਜੋ ਰॉ ਮਟੀਰੀਅਲ ਹੈ, ਜੋ ਆਲੂ ਹੈ ਜਾਂ ਖੇਤੀ ਦੇ ਹੈ, ਉਹ ਸਾਡੇ ਸੂਬੇ ਤੋਂ ਮਿਲਦੇ ਨੇ। ਬਜਾਏ ਅਸੀਂ ਜਾ ਕੇ ਉਹਨਾਂ ਨੂੰ ਮੌਕਾ ਦਈਏ ਬਣਾਉਣ ਦਾ, ਇੰਡਸਟਰੀ ਲਗਾਉਣ ਦਾ ਕਿਸੇ ਹੋਰ ਸੂਬੇ 'ਚ, ਇੱਥੇ ਕਿਉਂ ਨਾ ਲੱਗੇ। ਉਹਦੇ ਲਈ ਕੰਮ ਕਰਨਾ ਪਏਗਾ, ਉਹਦੇ ਲਈ ਸਾਨੂੰ ਰਵਾਇਤੀ ਖੇਤੀ ਨੂੰ ਛੱਡਣਾ ਪਏਗਾ। ਉਹਦੇ ਨਾਲ ਨਾਲ ਜੋ ਇੰਡਸਟਰੀਅਲ ਡਿਵੈਲਪਮੈਂਟ ਹੈ ਉਹਨੂੰ ਵੀ ਧਿਆਨ 'ਚ ਰੱਖਦੇ ਹੋਏ ਖੇਤੀ ਨੂੰ ਆਪਣੇ ਫਸਲਾਂ ਨੂੰ ਆਪਾਂ ਨੂੰ ਉਗਾਉਣਾ ਪਏਗਾ, ਔਰ ਉਹ ਕਰਨ ਦੇ ਲਈ ਅਸੀਂ ਤਿਆਰ ਨਹੀਂ ਹਾਂ। ਮਾਫ ਕਰਨਾ, ਇੱਕ ਬਹੁਤ ਅਗਰ ਅਸੀਂ ਸਰੋਜ ਸਾਹਿਬ ਨੇ ਗੱਲ ਕੀਤੀ ਹੈ ਕਿ ਸਾਡੇ ਕੋਲ ਫੂਡ ਭੰਡਾਰਨ ਦੀ ਵਿਵਸਥਾ ਨਹੀਂ ਹੈ, ਤਾਂ ਸਾਡੇ ਦੇਸ਼ ਦਾ ਕੋਈ ਵੀ ਮਾਡਲ ਹੈ, ਈਵਨ ਦੁਨੀਆ ਵੀ ਉਹਦੇ ਤੇ ਕਾਮਯਾਬ ਹੋਈ ਹੈ।
ਪੂਰਾ ਸਟੇਟ ਕੰਟਰੋਲ ਕਰੇਗਾ, ਐਸਾ ਕਿਸੇ ਵਿਸ਼ਵ ਦੇ ਵਿੱਚ ਨਹੀਂ ਹੈ, ਚਾਹੇ ਕੈਨੇਡਾ ਲੈ ਲਈਏ, ਅਮਰੀਕਾ ਲੈ ਲਈਏ। ਇਹੀ ਪੈਟਰਨ ਹੁਣ ਭਾਰਤ 'ਚ ਵੀ ਲਾਗੂ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ ਵਧੇਗਾ। ਉਹ ਹੈ PPP ਮਾਡਲ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ। ਉਹ ਅਗਰ ਕਿਸੇ ਅਡਾਨੀ ਅੰਬਾਨੀ ਨੇ ਅਗਰ ਇੱਥੇ ਆ ਕਰਕੇ ਇਨਵੈਸਟਮੈਂਟ ਕਰ ਦਿੱਤੀ, ਬੜੇ ਬੜੇ ਸਟੋਰ ਖੋਲ ਦਿੱਤੇ, ਤੇ ਅਸੀਂ ਰੋਲਾ ਪਾਇਆ ਕਿ ਜੀ ਸਾਡਾ ਤਾਂ ਉਹ ਹੱਕ ਖੋ ਕੇ ਲੈ ਜਾਏਗਾ। ਭਈਆ ਉਹ ਐਕਟ ਨੂੰ ਅੱਛੀ ਤਰ੍ਹਾਂ ਨਾਲ ਪੜ੍ਹਨ ਦੀ ਲੋੜ ਸੀ। ਅਗਰ ਉਹ ਆਹੀ ਅਡਾਨੀ ਅੰਬਾਨੀ ਬਾਹਰ ਜਾ ਕੇ ਇਨਵੈਸਟਮੈਂਟ ਕਰ ਰਹੇ ਨੇ ਤੇ ਸੂਬਿਆਂ ਦੀ ਹਾਲਤ ਦੇਖੋ ਕਿ ਕਿੰਨੀ ਜ਼ਬਰਦਸਤ ਅੱਛੀ ਉਹਨਾਂ ਦੀ ਗਰੋਥ ਹੋ ਰਹੀ ਹੈ। ਉਹ ਹਰਿਆਣਾ ਐਗਜ਼ਾਮਪਲ ਹੈ, ਫਰੀਦਾਬਾਦ ਚਲੇ ਜਾਓ, ਰੋਹਤਕ ਚਲੇ ਜਾਓ, ਗੁੜਗਾਉਂ ਚਲੇ ਜਾਓ। ਉਹ ਹਰਿਆਣਾ ਜੋ ਸਾਡੇ ਤੋਂ 15 ਸਾਲ ਪਹਿਲਾਂ ਪਾਣੀ ਮੰਗਦਾ ਸੀ, ਪਾਣੀ ਦੇ ਦਿਓ ਨਹੀਂ ਤਾਂ ਅਸੀਂ ਤਰੱਕੀ ਤਾਂ ਕਿਆ ਕਰਨੀ, ਪਿਆਸੇ ਮਰ ਜਾਾਂਗੇ, ਉਸ ਹਰਿਆਣਾ ਨੇ ਉਸ ਮਾਡਲ ਨੂੰ ਅਪਣਾਇਆ। ਉਹਦਾ ਨਤੀਜਾ ਹੈ ਅੱਜ ਹਰਿਆਣਾ ਸਾਡੇ ਨਾਲ ਗਰੋਥ 'ਚ ਕਿੱਥੇ ਖੜਾ ਹੈ। ਔਰ ਇਹ ਪੰਜਾਬ ਜੋ ਸਿਰਮੌਰ ਸੂਬਾ ਰਿਹਾ ਹੈ, ਮੈਂ ਵੀ ਥੋੜੀ ਆંકੜਿਆਂ ਦੀ ਗੱਲ ਕਰ ਲਵਾਂ, 1990 ਤੱਕ ਪੂਰੇ ਦੇਸ਼ ਦੇ ਵਿੱਚ ਪਰ ਕੈਪੀਟਾ ਇਨਕਮ 'ਚ ਅਸੀਂ 1 ਨੰਬਰ ਤੇ ਸੀਗੇ, ਪਰ ਅਸੀਂ ਰਵਾਇਤੀ ਢੰਗ ਨਹੀਂ ਛੱਡਿਆ। ਜੋ ਨਵੇਂ ਟੈਕਨੀਕਸ ਹੈ, ਐਡਵਾਂਸਮੈਂਟ ਹੈ, ਅਸੀਂ ਉਹਦੇ ਨਾਲ ਹੱਥ ਨਹੀਂ ਮਿਲਾਇਆ। ਅਸੀਂ ਤਾਂ ਕਿਹਾ ਅਸੀਂ ਐਂ ਹੀ ਚੱਲਣਾ ਹੈ, ਲਕੀਰ ਦੇ ਫਕੀਰ। ਉਹ ਹਾਲਾਤ ਕੀ ਹੈ, ਅਸੀਂ ਇਸ ਵੇਲੇ 100ਵੇਂ ਨੰਬਰ ਤੇ ਆ ਗਏ ਹਾਂ। ਤੇ ਮੈਨੂੰ ਲੱਗਦਾ ਕਿ ਖੇਤੀ ਦੇ ਜੋ ਰਵਾਇਤੀ ਢੰਗ ਹੈ ਉਹ ਸਾਨੂੰ ਛੱਡਣੇ ਪੈਣਗੇ, ਬਦਲਣੇ ਪੈਣਗੇ। ਔਰ ਜਿਹੜੇ ਬੜੇ ਬੜੇ ਘਰਾਨੇ ਆ, ਮੈਂ ਇੱਕ ਗੱਲ ਹੋਰ ਇਹਦੇ 'ਚ ਥੋੜੀ ਜਿਹੀ ਐਡ ਕਰਦੇ ਹਾਂ ਕਿ ਮੰਨ ਲਓ ਗੂਗਲ ਦਾ CEO ਅਗਰ ਇੰਡੀਅਨ ਲੱਗਦਾ ਹੈ, ਅਸੀਂ ਬੜਾ ਹੁੰਮ ਆ ਕੇ ਕਹਿੰਦੇ ਆ ਕਿ ਗੂਗਲ ਦਾ CEO ਇੰਡੀਅਨ ਹੈ, ਫੇਸਬੁੱਕ ਦੇ ਵਿੱਚ ਜਾਂ ਟਵਿੱਟਰ ਦੇ ਵਿੱਚ, ਜਾਂ ਫਿਰ ਆ ਪਿੱਛੇ ਜੇ ਉਹ ਆਇਆ ਸੀ ਆਪਣਾ ਪੈਪਸੀਕੋ ਦਾ CEO ਇੰਡੀਅਨ ਹੈ, ਬੜੀ ਖੁਸ਼ੀ ਹੁੰਦੀ ਹੈ। ਪਰ ਭਈਆ ਫਿਰ ਵੀ ਕਿਸੇ ਵਿਦੇਸ਼ੀ ਦੀ ਕੰਪਨੀ ਦੇ ਵਿੱਚ ਟੌਪ ਮੋਰ ਬਿਊਰੋਕਰੇਟ ਹੈ ਨਾ, ਟੌਪ ਮੋਸਟ ਬਿਊਰੋਕਰੇਟ ਹੀ ਹੈ, ਕੰਪਨੀ ਤਾਂ ਕਿਸੇ ਹੋਰ ਦੀ ਹੈ। ਜੇ ਇੱਥੇ ਦਾ ਅਡਾਨੀ, ਇੱਥੇ ਦਾ ਅੰਬਾਨੀ ਫੋਰਨ ਦੇ ਵਿੱਚ ਜਾ ਕੇ ਇਨਵੈਸਟਮੈਂਟ ਕਰ ਰਿਹਾ ਹੈ, ਟਾਟਾ ਅਗਰ ਜੈਗੁਆਰ ਨੂੰ ਐਕਵਾਇਰ ਕਰ ਲੈਂਦੀ ਹੈ, ਉਹਦੇ ਤੇ ਸਾਡਾ ਪ੍ਰਸ਼ਨ ਚਿੰਨ੍ਹ ਹੈ ਕਿ ਸਾਰਾ ਕੁਝ ਟਾਟਾ ਨੂੰ ਦਿੱਤਾ ਜਾ ਰਿਹਾ, ਬਿਰਲਾ ਨੂੰ ਦਿੱਤਾ ਜਾ ਰਿਹਾ ਹੈ। ਅਡਾਨੀ ਨੇ ਇਜ਼ਰਾਈਲ ਦੇ ਵਿੱਚ ਸੀ ਪੋਰਟ ਖਰੀਦਿਆ, ਉਹਨੇ ਵਰਲਡ ਇਕਨੋਮਿਕਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇੰਟਰਨੈਸ਼ਨਲੀ ਬੜਾ ਇੰਪੋਰਟੈਂਟ ਉਹ ਸੀ ਰੂਟ ਹੈ, ਜਿਹਨੂੰ ਸਾਡੇ ਦੇਸ਼ ਦੀ ਕੰਪਨੀ ਨੇ ਖਰੀਦ ਲਿਆ। ਬਜਾਏ ਅਸੀਂ ਇਸ ਚੀਜ਼ ਨੂੰ ਬੂਸਟ ਕਰਨ ਦੇ, ਬਜਾਏ ਤਾਰੀਫ ਕਰਨ ਦੇ, ਅਸੀਂ ਕਹਾਂਗੇ ਅਡਾਨੀ ਦਾ ਸਰਕਾਰ ਹੀ ਕਰਵਾ ਰਹੀ ਹੈ, ਅਡਾਨੀ ਕੋਲ, ਅਡਾਨੀ ਨੂੰ ਪ੍ਰਮੋਟ ਕਰਨ ਪਿੱਛੇ ਸਰਕਾਰ ਹੈ। ਭਈਆ ਅਡਾਨੀ, ਅੰਬਾਨੀ, ਰਿਲਾਇੰਸ, ਟਾਟਾ, ਬਿਰਲਾ ਦੇਸ਼ ਦੇ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਸਾਡੇ ਇਕਨੋਮਿਕਸ ਗਰੋਥ ਦੇ ਵਿੱਚ ਇਹਨਾਂ ਦਾ ਬੜਾ ਯੋਗਦਾਨ ਹੈ। ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਪ੍ਰਾਈਵੇਟਾਈਜ਼ ਕਰ ਦਿਓ, ਪਰ ਇੰਨਾ ਵੀ ਨਾ ਭੰਡੀਏ ਕਿ ਉਹ ਸਾਡੇ ਸੂਬੇ ਤੋਂ ਮੂੰਹ ਹੀ ਮੋੜ ਲੈਣ। ਅੱਜ ਹਾਲਾਤ ਇਹ ਨੇ, ਕੋਈ ਵੀ ਬੜਾ ਅਦਾਰਾ, ਕੋਈ ਵੀ ਬੜੀ ਕੰਪਨੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਨੂੰ ਤਿਆਰ ਨਹੀਂ ਹੈ। ਇੱਕ ਤਾਂ ਇੱਥੇ ਲਾਅ ਐਂਡ ਆਰਡਰ ਦਾ ਬੜਾ ਬੁਰਾ ਹਾਲ ਹੈ, ਦੂਸਰਾ ਈਜ਼ ਆਫ ਬਿਜ਼ਨਸ, ਅਸੀਂ ਜਿੰਨੇ ਮਰਜ਼ੀ ਸੈਮੀਨਾਰ ਕਰ ਲਈਏ, ਐਕਚੁਅਲ ਦੇ ਵਿੱਚ ਬਿਜ਼ਨਸਮੈਨ ਨੂੰ ਇੱਥੇ ਉਹ ਸੁਵਿਧਾਵਾਂ ਨਹੀਂ ਮਿਲਦੀਆਂ ਜਿਹੜੀਆਂ ਕਿ ਬਾਕੀ ਸਾਡੇ ਗਵਾਂਢੀ ਸੂਬੇ ਹਰਿਆਣਾ, ਯੂਪੀ ਉੱਥੇ ਮਿਲ ਰਹੀਆਂ ਨੇ। ਇਸ ਕਰਕੇ ਕੰਪੈਰੀਜ਼ਨ ਆਪਾਂ ਦੇਖ ਸਕਦੇ ਹਾਂ। ਜੀ ਆ ਤੁਸੀਂ ਬਹੁਤ ਅੱਛੀ ਗੱਲ ਕੀਤੀ। ਮੈਨੂੰ ਲੱਗਦਾ ਇਹਦੇ ਕਾਰਨ ਕੀ ਨੇ, ਇਸ ਰੋਜੀ ਦੀ ਇਹਦੇ ਤੇ ਕਾਫੀ ਸਟੱਡੀ ਹੈ ਕਿ ਇੱਥੇ ਉਹ ਕਿਹੜੀਆਂ ਧਿਰਾਂ ਨੇ ਜਿਹੜੀਆਂ ਕਿ ਹਰ ਵਕਤ ਨਾਅਰੇ ਲਵਾਉਣੀਆਂ ਜਾਣਦੀਆਂ ਨੇ, ਔਰ ਉਹਨਾਂ ਦਾ ਵੈਸੇ ਤਾਂ ਬਿੱਲੀ ਥੈਲੇ ਤੋਂ ਬਾਹਰ ਆ ਗਏ ਸੀ ਚੋਣਾਂ ਦੇ ਵਿੱਚ, ਜਦੋਂ ਉਹਨਾਂ ਨੇ ਪਹਿਲਾਂ ਕਹਿੰਦੇ ਸੀ ਅਸੀਂ ਤਾਂ ਸਿਰਫ ਸੰਘਰਸ਼ ਕਰਨ ਲਈ ਪੈਦਾ ਹੋਏ ਹਾਂ, ਸੰਘਰਸ਼ ਹੀ ਕਰਨਾ, ਸਾਨੂੰ ਚਾਹੀਦਾ ਕੁਝ ਨਹੀਂ। ਪਤਾ ਉਸ ਵੇਲੇ ਲੱਗਾ ਜਦੋਂ ਕਹਿੰਦੇ ਜੀ ਅਸੀਂ ਵੋਟਾਂ 'ਚ ਕਿਉਂ ਨਾ ਖੜੀਏ, ਕਿਉਂਕਿ ਉਹਨਾਂ ਕੋਲ ਪੈਸਾ ਲੱਗਦਾ ਕਿ ਬਹੁਤ ਜ਼ਿਆਦਾ ਟੱਪਣ ਲੱਗ ਗਿਆ ਸੀ। ਸੋ ਕੀ ਧਿਰਾਂ ਨੇ, ਕੀ ਉਹਨਾਂ ਦੀ ਰਣਨੀਤੀ ਹੈ, ਪੰਜਾਬ ਨੂੰ ਇਸ ਬਿਮਾਰੀ ਤੋਂ ਕਿਵੇਂ ਖੜਾ ਛੁੱਟ ਸਕਦਾ? ਸਰੋਜ ਜੀ ਮੈਨੂੰ ਲੱਗਦਾ ਇਹਦੇ ਤੇ ਟਿੱਪਣੀ ਕਰਕੇ ਜ਼ਰੂਰ ਜਾਗਰੂਕਤਾ ਲੈ ਕੇ ਆਉਣਗੇ। ਸੰਧੂ ਸਾਹਿਬ, ਜਿਹੜਾ ਇਹ ਨੈਕਸਸ ਹੈ, ਇਹ ਬਿਊਰੋਕ੍ਰੇਸੀ, ਜਿਹੜੇ ਭ੍ਰਸ਼ਟ ਨੇਤਾ ਨੇ, ਤੇ ਸਾਡੇ ਜਿਹੜਾ ਮੰਡੀ ਦਾ ਕਮਿਸ਼ਨ ਵਾਲਾ, ਜਿਹੜਾ ਕਮਿਸ਼ਨ ਏਜੰਟ ਵਾਲਾ ਜਿਹੜਾ ਸਿਸਟਮ ਹੈ, ਇਹ ਨੈਕਸਸ ਦੇ ਪਿੱਛੇ ਹੈ। ਇਹ ਸਾਰੇ ਨਹੀਂ ਚਾਹੁੰਦੇ ਕਿ ਇਹ ਨੈਕਸਸ ਟੁੱਟੇ, ਜਦਕਿ ਕੇਂਦਰ ਸਰਕਾਰ ਦੀ ਮਨਸ਼ਾ ਆੜਤੀ ਵਿਰੋਧੀ ਨਹੀਂ ਹੈ ਕਿ ਉਹ ਆੜਤੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ, ਪਰ ਆੜਤੀ ਜੋ ਕਮਿਸ਼ਨ ਏਜੰਟ ਵਾਲਾ ਸਿਸਟਮ ਹੈ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਵਿਵਸਥਾ ਬਣ ਜਾਵੇ ਕਿ ਕਿਸਾਨ ਤਾਂ ਤਰੱਕੀ ਨਾ ਕਰੇ, ਆਰਥਿਕ ਤਰੱਕੀ ਨਾ ਕਰੇ ਉਸ ਤਰ੍ਹਾਂ, ਪਰ ਕਮਿਸ਼ਨ ਏਜੰਟ ਨੇ ਜਿਹੜੇ ਉਹ ਅਮੀਰ ਹੁੰਦੇ ਚਲੇ ਜਾਣ। ਜਿਹਨਾਂ ਦੇ ਸਿਰ ਤੇ ਉਹ ਆਪਣੀ ਦੁਕਾਨਦਾਰੀ ਕਰ ਰਹੇ ਨੇ, ਉਹ ਉਸ ਤਰੀਕੇ ਨਾਲ ਨਹੀਂ ਹੋ ਰਹੇ, ਉਲਟਾ ਕਰਜ਼ੇ ਦੇ ਜਾਲ ਵਿੱਚ ਜਾ ਰਹੇ ਨੇ, ਪਰ ਕਮਿਸ਼ਨ ਏਜੰਟ ਅਮੀਰ ਹੁੰਦੇ ਜਾ ਰਹੇ ਨੇ। ਉਹ ਉਹਨਾਂ ਦਾ ਵਪਾਰ 2% ਪੈਣਾ ਜੀ, ਜੀ ਹਰ ਤਰੀਕੇ ਨਾਲ ਵੱਧ ਫੁੱਲ ਰਿਹਾ ਉਹਨਾਂ ਦਾ। ਮਤਲਬ ਕੀ ਹੈ ਵੀ ਉਹ ਇੱਕ ਵਿਵਸਥਾ ਹੀ ਬਣ ਗਏ ਨੇ, ਆਪਣੇ ਗਲਬੇ ਵਿੱਚ ਲੈ ਨੇ ਸਾਡੇ ਪੰਜਾਬ ਦੀ ਕਿਸਾਨੀ ਨੂੰ। ਇਸ ਤੋਂ ਇਸ ਨੂੰ ਮੁਕਤ ਕਰਾਉਣ ਦੀ ਲੋੜ ਹੈ। ਬਾਜ਼ਾਰ ਦੀ ਤਾਕਤ ਕਿਸਾਨ ਨੂੰ ਦਿੱਤੇ ਬਿਨਾਂ ਅਸੀਂ ਸਾਡੇ ਕਿਸਾਨ ਨੂੰ ਅਮੀਰ ਨਹੀਂ ਬਣਾ ਸਕਦੇ। ਬਾਰਗੇਨਿੰਗ ਪਾਵਰ ਸਾਡੇ ਕਿਸਾਨ ਕੋਲ ਨਹੀਂ ਹੈ। ਉਹ ਆਪਣੀ ਫਸਲ ਨੂੰ 6 ਮਹੀਨੇ, 3 ਮਹੀਨੇ, 4 ਮਹੀਨੇ ਖੂਨ ਮਿਹਨਤ ਦੀ ਆਪਣੀ ਕਮਾਈ, ਆਪਣੀ ਮਿਹਨਤ ਕਰਨ ਤੋਂ ਬਾਅਦ, ਆਪਣਾ ਖੂਨ ਪਸੀਨਾ ਬਹਾਉਣ ਤੋਂ ਬਾਅਦ ਮੰਡੀ ਦੇ ਵਿੱਚ ਹੀ ਸਿੱਟਣ ਨੂੰ ਮਜਬੂਰ ਹੈ। ਜੇਕਰ ਅਚਾਨਕ ਆਲੂਆਂ ਦੀ ਪੈਦਾਵਾਰ ਵੱਧ ਹੋ ਗਈ ਤਾਂ ਆਲੂਆਂ ਦੀ ਕੀਮਤ ਗਿਰਨ ਤੋਂ ਬਾਅਦ ਉਹ ਆਪਣੀ ਫਸਲ ਨੂੰ ਏਦਾਂ ਹੀ ਸਿੱਟਣ ਲਈ ਮਜਬੂਰ ਹੈ। ਉਹਦੇ ਕੋਲੇ ਆਪਸ਼ਨ ਨਹੀਂ ਹੈ। ਸਾਨੂੰ ਜ਼ਰੂਰਤ ਹੈ ਕਿ ਅਸੀਂ ਮੁਹੱਈਆ ਕਰਾਈਏ, ਕੋਲਡ ਸਟੋਰਸ ਹੋਣ,
ਚਲੋ ਜੀ, ਮੈਨੂੰ ਲੱਗਦਾ ਜਿਹੜੀ ਤੁਸੀਂ ਮੁੱਦਾ ਉਠਾਇਆ ਨਾ, ਵੈਸੇ ਵੀ ਕਿਸਾਨ ਕੋਲ ਤਾਕਤ ਚਾਹੀਦੀ ਹੈ। ਮੇਰਾ ਖਿਆਲ ਹੈ ਕਿਸਾਨ ਵੀ ਹੌਸਲਾ ਨਹੀਂ ਕਰ ਪਾ ਰਿਹਾ। ਕਿਸਾਨ ਕਹਿੰਦਾ ਮੈਂ ਵੇਚ ਨਹੀਂ ਸਕਦਾ। ਕਾਰਨ ਇਹ ਹੈ ਕਿ ਪਤਾ ਉਹਨੂੰ ਵੀ ਹੈ ਕਿ ਜਿਸ ਢੰਗ ਨਾਲ ਉਹਦੇ ਕੋਲ ਖੇਤੀਬਾੜੀ ਹੁਣ ਤੱਕ ਕਰਵਾਈ ਗਈ ਹੈ ਗ੍ਰੀਨ ਰੈਵੋਲੂਸ਼ਨ ਦੇ ਨਾਂ ਦੇ ਉੱਤੇ, ਜਿਹੜੀ ਪੈਸਟੀਸਾਈਡ, ਜਿਹੜੀਆਂ ਕੀੜੇ ਮਾਰ ਦਵਾਈਆਂ ਪਾ ਕੇ ਉਹ ਚੀਜ਼ ਫਸਲ ਉਗਾਉਂਦਾ ਆ, ਉਹ ਕੀ ਮੁੱਲ ਤਾਂ ਕੀ ਵਿਕਣੀ, ਉਹਨੂੰ ਕੋਈ ਮੁਫਤ ਲੈਣ ਨੂੰ ਵੀ ਤਿਆਰ ਨਹੀਂ ਹੋਊਗਾ ਜੇ ਕਿਸੇ ਨੂੰ ਪਤਾ ਲੱਗ ਜਾਏਗਾ ਇਹਦੀ ਹਕੀਕਤ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿਸਾਨ ਵੀ ਡਰਿਆ ਹੋਇਆ ਜੀ। ਸੰਧੂ ਸਾਹਿਬ, ਪਤਾ ਕੀ ਹੈ, ਜਿਹੜੇ ਵਿਰੋਧੀ ਦਲ ਨੇ ਉਹ ਸਿਰਫ ਡਰ ਦੀ ਰਾਜਨੀਤੀ ਖੇਡ ਰਹੇ ਨੇ। ਉਹ ਲੋਕਾਂ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਡਰ ਫੈਲਾ ਰਹੇ ਨੇ। ਉਹਨਾਂ ਦਾ ਜਿੰਨਾ ਵੀ ਇਕੋਸਿਸਟਮ ਹੈ ਉਹ ਲੋਕਾਂ ਨੂੰ ਡਰਾ ਰਹੇ ਨੇ। ਜਿਵੇਂ ਕਿਸਾਨੀ ਅੰਦੋਲਨ ਸਮੇਂ ਡਰਾਇਆ ਗਿਆ ਕਿ ਪੰਜਾਬ ਨੂੰ ਬਿਹਾਰ ਬਣਾ ਦਿੱਤਾ ਜਾਵੇਗਾ। ਉਹ ਡਰ ਦੀ ਰਾਜਨੀਤੀ ਖੇਡ ਰਹੇ ਨੇ, ਲੋਕਾਂ ਨੂੰ ਡਰਾ ਰਹੇ ਨੇ। ਤੇ ਦੂਜੇ ਪਾਸੇ ਜੋ ਮੋਦੀ ਜੀ ਦੀ ਸਰਕਾਰ ਹੈ, ਉਹ ਆਸ ਹੋਪ ਦੀ ਰਾਜਨੀਤੀ ਕਰ ਰਹੀ ਹੈ। ਇੱਕ ਚੰਗੇ ਪੱਖ ਨੂੰ ਸਾਹਮਣੇ ਰੱਖਦੇ ਹੋਏ, ਉਸ ਉਦੇਸ਼ ਨੂੰ ਮਿੱਥਦੇ ਹੋਏ, ਚੰਗੀਆਂ ਜਿਹੜੀਆਂ ਸਕਾਰਾਤਮਕ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਨਾਲ ਚੱਲ ਰਹੀ ਹੈ। ਤੇ ਇੱਕ ਪਾਸੇ ਆਪਾਂ ਦੇਖਦੇ ਹਾਂ ਵੀ ਲੋਕ ਸਕਾਰਾਤਮਕ ਗੱਲ ਕਰਨ ਵਾਲੇ ਨੇ, ਇੱਕ ਪਾਸੇ ਆਪਾਂ ਦੇਖਦੇ ਹਾਂ ਵੀ ਬਿਲਕੁਲ ਹੀ ਨਕਾਰਾਤਮਕ ਗੱਲ ਕਰਨ ਵਾਲੇ ਨੇ। ਤੇ ਮੈਨੂੰ ਉਮੀਦ ਹੈ ਵੀ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਬਹੁਤ ਮਜ਼ਬੂਤ ਹੈ, ਵੀ ਵਿਰੋਧੀ ਦਲਾਂ ਦਾ ਇਹ ਜੋ ਡਰ ਦਾ ਮਾਹੌਲ ਹੈ, ਜੋ ਡਰ ਦੀ ਰਾਜਨੀਤੀ ਹੈ, ਇਹ ਜਲਦ ਹੀ ਸਮਾਪਤ ਹੋਵੇਗੀ। ਇਸੇ ਤਰ੍ਹਾਂ ਘੱਟ ਗਿਣਤੀਆਂ ਦੇ ਵਿੱਚ, ਵੈਸੇ ਤਾਂ ਜੋ ਸਾਡਾ ਮੁਸਲਮਾਨ ਭਾਈਚਾਰਾ ਉਹ ਕੋਈ ਘੱਟ ਗਿਣਤੀ ਤਾਂ ਹੈ ਨਹੀਂ, ਉਹ ਦੂਜੀ ਵੱਡੀ ਬਹੁ ਗਿਣਤੀ ਹੈ ਸਾਡੇ ਦੇਸ਼ ਦੀ। ਉਹਨਾਂ ਦੇ ਵਿੱਚ ਵੀ ਲਗਾਤਾਰ ਦੇਖੋ ਇਹੀ ਰਾਜਨੀਤੀ ਹੁੰਦੀ ਹੈ। ਉਹਨਾਂ ਨੂੰ ਵੀ ਇਸੇ ਤਰ੍ਹਾਂ ਡਰਾਇਆ ਜਾਂਦਾ ਹੈ ਵੀ ਇਹ ਸੱਤਾ ਦੇ ਵਿੱਚ ਆ ਗਏ, ਪਤਾ ਨਹੀਂ ਤੁਹਾਡੇ ਨਾਲ ਕੀ ਕਰਨਗੇ, ਤੁਹਾਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ, ਦੇਸ਼ ਨੂੰ ਤੁਹਾਨੂੰ ਕੈਂਪਾਂ ਦੇ ਵਿੱਚ ਸੁੱਟ ਦਿੱਤਾ ਜਾਵੇਗਾ, ਤੁਹਾਡੇ ਤੇ ਤਸੀਹੇ ਕੀਤੇ ਜਾਣਗੇ। ਜਦਕਿ ਪਿਛਲੇ 8 ਸਾਲਾਂ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੈ, ਇੱਕ ਵੀ ਫੈਸਲਾ ਕੇਂਦਰ ਸਰਕਾਰ ਦਾ ਅਜਿਹਾ ਨਹੀਂ ਹੈ। ਪ੍ਰਵੀਨ ਜੀ, ਤੁਹਾਡੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਮੈਨੂੰ, ਜਿਵੇਂ ਹੁਣ ਮੈਂ ਪਹਿਲੇ ਖਬਰ ਦਾ ਜ਼ਿਕਰ ਕੀਤਾ ਸੀ, ਮੈਨੂੰ ਉਹਦਾ ਵਿਰੋਧੀ ਪਾਰਟੀਆਂ ਨੇ ਕਦੀ ਇਹ ਮੁੱਦਾ ਬੁਲਾਣਾ, ਜਿਵੇਂ ਆਪਾਂ ਕਹਿੰਦੇ ਨਾ ਜੀ ਬਿਹਾਰ ਬਣਾ ਦੇਣਾ, ਇਹਨੇ ਯੂਪੀ ਬਣਾ ਕੇ ਰੱਖ ਦੇਣਾ ਪੰਜਾਬ ਨੂੰ। ਤੇ ਮੈਨੂੰ ਲੱਗਦਾ ਯੂਪੀ ਵਾਲੇ ਦੇ ਵਿੱਚ ਜਿਹੜੀ ਇਹ ਸਿਆਸਤ ਚੱਲ ਪੈਣੀ ਹੈ, ਉੱਥੋਂ ਦੀ ਸਮਾਜਵਾਦੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਇਹ ਰੌਲਾ ਪਾਇਆ, ਕਹਿੰਦੇ ਲਓ ਜੀ ਇਹਨਾਂ ਨੇ ਯੂਪੀ ਨੂੰ ਪੰਜਾਬ ਬਣਾ ਕੇ ਰੱਖ ਦੇਣਾ। ਇਹ ਉੱਥੇ ਪੰਜਾਬੀ ਲੈ ਕੇ ਆ ਗਏ ਨੇ, ਇਹ ਗੁਰੂਆਂ ਦਾ ਇਤਿਹਾਸ ਲੈ ਕੇ ਆ ਗਏ ਨੇ, ਇਹ ਉੱਥੋਂ ਦਾ ਜੀ ਉੱਦਾਂ ਨਿਕੰਮਾ ਪੜਨਾ ਕਰ ਦੇਣਾ ਹੈ ਨਾ। ਤੇ ਉਹੋ ਜਿਹੇ ਕਹਿੰਦੇ ਵੀ ਕਦੇ ਸਾਡੇ ਵਰਗੇ ਯੋਧੇ ਨਾ ਪੈਦਾ ਕਰ ਦਿੱਤੇ ਜਾਣ ਯੂਪੀ ਦੇ ਵਿੱਚ ਵੀ, ਜਿਹੜੇ ਹਰ ਗੱਲ ਨੂੰ ਸੋਚਣ ਵਿਚਾਰਨ ਦੀ ਥਾਂ ਤੇ, ਗਹਿਰਾਈ 'ਚ ਜਾਣ ਦੀ ਥਾਂ ਤੇ ਸਮੱਸਿਆਵਾਂ ਜਿਹੜੀਆਂ ਉਹਨੂੰ ਸਹੀ ਢੰਗ ਨਾਲ ਨਾ ਦੇਖ ਪਾਣ। ਬਾਕੀ ਕਿਤੇ ਨਾ ਕਿਤੇ ਸਾਡੇ ਜਿਹੜੇ ਲੋਕਾਂ ਦਾ ਜਿਹੜਾ ਇਹ ਨਜ਼ਰੀਆ ਬਣਿਆ ਹੋਇਆ, ਇਹ ਕਿਤੇ ਪ੍ਰੈਕਟੀਕਲ ਗਰਾਊਂਡ ਦੇ ਉੱਤੇ ਜੋ ਉਹਨਾਂ ਨੂੰ ਰੋਜ਼ਾਨਾ 2-4 ਹੋਣਾ ਪੈਂਦਾ, ਕਿਤੇ ਨਾ ਕਿਤੇ ਉਹਦੇ ਨਾਲ ਗੱਲ ਜੁੜਦੀ ਆ। ਤੁਸੀਂ ਲੀਡਰਸ਼ਿਪ ਦੀ ਗੱਲ ਕੀਤੀ ਸੀ, ਮੇਰੀ ਗੱਲ ਹੋ ਰਹੀ ਸੀ ਥੋੜੀ ਦੇਰ ਪਹਿਲਾਂ ਕਿ ਪੰਜਾਬ ਨਿਰਮਾਣ ਪ੍ਰੋਗਰਾਮ, ਉਹਦੇ ਤਹਿਤ ਫੰਡ ਆਇਆ ਸਾਡੇ ਨਾਰਥ, ਜਲੰਧਰ ਨਾਰਥ ਜਿਹੜਾ ਇਸ ਵਿਧਾਨ ਸਭਾ ਹਲਕੇ ਦੇ ਕੁਝ ਸੁਸਾਇਟੀਆਂ ਨੇ, 6 ਸੁਸਾਇਟੀਆਂ, 10-10 ਲੱਖ ਰੁਪਈਆ ਉਹਨਾਂ ਨੂੰ ਗਿਆ ਤੇ ਉੱਥੇ ਜਾ ਕੇ ਕਮਿਊਨਿਟੀ ਹਾਲ ਜਿਹੜੇ ਬਣਾਉਣੇ ਸੀਗੇ। ਤੋਂ ਮੋਹਿਤ ਭਾਰਦਵਾਜ ਜੀ, ਕੀ ਸੂਚਨਾ ਹੈ ਪੂਰੀ, ਇਹ ਤੁਸੀਂ ਜਾਣਕਾਰੀ ਦਿਓ। ਤੇ ਜੇ ਇਹੋ ਜਿਹੀ ਘਪਲੇਬਾਜ਼ੀ ਹੁੰਦੀ ਹੈ ਤੇ ਉਹਦੇ ਤੇ ਵਾਕਿਆ ਪ੍ਰਸ਼ਨ ਚਿੰਨ੍ਹ ਲੱਗਦਾ ਤੇ ਲੋਕਾਂ ਦਾ ਵਿਸ਼ਵਾਸ ਸਿਸਟਮ ਤੋਂ ਕਿਉਂ ਨਾ ਉੱਠਦਾ? ਪਾਰਟੀਆਂ ਨੇ, ਲੀਡਰਾਂ ਨੇ ਹੁਣ ਤੱਕ ਕੀਤਾ ਹੀ ਇਹ ਕੁਛ ਹੈ। ਮੋਹਿਤ ਜੀ ऐसा है, एक बहुत बड़े अखबार ने इस चीज ਨੂੰ ਉਜਾਗਰ ਕੀਤਾ ਹੈ ਵਿਦ ਫੈਕਟਸ ਐਂਡ ਫਿਗਰਸ, ਜੋ ਇਨਫੋਰਮੇਸ਼ਨ ਪ੍ਰਾਪਤ ਹੋਈ ਹੈ ਡਿਪਾਰਟਮੈਂਟ ਤੋਂ, ਕਿ ਕਮਿਊਨਿਟੀ ਸੈਂਟਰ ਦੇ ਨਾਮ ਤੇ ਬਹੁਤ ਵੱਡਾ ਘੁਟਾਲਾ ਇੱਕ ਨਾਰਥ ਵਿਧਾਨ ਸਭਾ ਹੋਇਆ। ਤਾਂ ਪੰਜਾਬ 'ਚ 117 ਵਿਧਾਨ ਸਭਾ ਨੇ, ਕਿੱਡਾ ਵੱਡਾ ਇਹ ਘੁਟਾਲਾ ਹੋਏਗਾ। ਹੋਰ ਮੈਂ ਪਾਰਟਿਕੂਲਰ ਵਿਧਾਨ ਸਭਾ ਨਾਰਥ ਦੀ ਗੱਲ ਕਰਾਂਗਾ। ਨਾਰਥ ਦੇ ਵਿੱਚ ਕਮਿਊਨਿਟੀ ਸੈਂਟਰ ਕਾਗਜ਼ਾਂ 'ਚ ਦਿਖਾਏ ਗਏ, ਜਦੋਂ ਪਤਾ ਲੱਗਿਆ ਉਹ ਜ਼ਮੀਨ ਤਾਂ ਵਕਫ ਬੋਰਡ ਦੀ ਨਿਕਲੀ, ਉਹਦੇ ਨਾਮ ਤੇ ਕਰੋੜਾਂ ਰੁਪਏ ਦਾ ਗ੍ਰਾਂਟਾਂ ਦਾ ਹੇਰ-ਫੇਰ ਹੋਇਆ। तो ये सारा हेर-फेर किहदी नख थल्ले होया, कौन प्रशासनिक अधिकारी सीगे इहदे पिछे, कौन बड़े-बड़े राजनीतिक लोग सीगे, ये सारी निष्पक्ष जांच होनी चाहिदी है और लोगों के सामने आना चाहिए है कि लोगों को सुविधावां देण दे नाम ते करोड़ां रुपए दी हेरा-फेरी, ठगी, किहड़े अपने चहेतियां दी जेब 'च पैसे पाएगे और लोगों का टैक्स पेयर दा पैसा, आम जनता नूं जो फायदा मिलना सी वो अपनी जेबां 'च पाया गया। तो बड़े स्तर ते इहदी जांच होनी चाहिदी है और ये चीज बजाए भगवंत मान सरकार बदलाखोरी दी राजनीति छड्डे। नो डाउट मैं ये नहीं कहता कि भगवंत मान जी दे व्यक्तिगत मैं टिप्पणी नहीं करता, पर पंजाब नूं दिल्ली तो ना चलाण तो पंजाब दे विच असल करप्शन है। हुण मैं इस गल नूं होर ऐड कर दियां, तुसीं नॉर्थ विधान सभा दी एक बड़ी बर्निंग एग्जांपल दित्ती है क्योंकि एक अखबार ने खुलासा कीता है। इहदे नाल कल जो प्रेस कॉन्फ्रेंस हुई है
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਡਾਟਾ ਉਹਨਾਂ ਨੇ ਦਿੱਤਾ ਕਿ ਐਲਪੀਯੂ ਨੇ ਕਿੰਨੀ 6 ਕਨਾਲ ਲੈਂਡ ਦੇ ਉੱਤੇ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ। ਔਰ ਸਾਡੇ ਪੰਜਾਬ ਦੇ ਪੰਚਾਇਤੀ ਮੰਤਰੀ 3 ਜੂਨ ਨੂੰ ਪੱਤਰ ਲਿਖ ਕੇ ਗਏ ਨੇ ਡੀਸੀ ਨੂੰ ਕਾਰਵਾਈ ਕਰੋ। ਕਾਰਵਾਈ ਕਿਉਂ ਨਹੀਂ ਹੋਈ? ਬੜਾ ਪ੍ਰਸ਼ਨ ਚਿੰਨ੍ਹ ਹੈ ਇਸ ਗੱਲ ਦੇ ਉੱਤੇ। ਉਹ ਕਿਉਂ ਹੈ? ਕਿਉਂਕਿ ਐਲਪੀਯੂ ਦੇ ਮਾਲਕ ਉੱਥੇ ਦੇ ਚਾਂਸਲਰ ਰਾਜ ਸਭਾ सांसद ਨੇ ਆਮ ਆਦਮੀ ਪਾਰਟੀ ਤੋਂ। तो क्या करप्शन मुक्त पंजाब कर देना मात्र दिखावा है और अपने चहेतियां दे जेबां दे विच तुसी पैसा पहुंचाना है, उन्हां नूं फाइनेंशियली साउंड करना है, पंजाब नूं लुट के क्या है तुहाडी मंशा मानसिकता है? मैनूं लगदा है ऐसी सरकार नूं कोई अधिकार नहीं है पंजाब दे लोगां नूं गुमराह करन दा। ऐसी सरकार अगर वाकई लोगां दा भला चाहती है तो घट्टो घट मेरे नॉर्थ च जांच शुरू कर देन, कार्रवाई करन, फिर पंजाब च एग्जाम्पल सैट करन, उस तो बाद एलपीयू दे वल जाण। तो जो करप्शन हो रही है तड़ातड़ करप्शन, चाहे वो पिछली कांग्रेस सरकार सीगी, आम आदमी पार्टी ਉਹਦੇ ਤੋਂ 4 ਕਦਮ ਅੱਗੇ ਵਧ ਕੇ ਕਰਪਸ਼ਨ ਕਰ ਰਹੀ ਹੈ। ਤਾਂ ਮੈਨੂੰ ਲੱਗਦਾ ਹੈ ਪੰਜਾਬ ਨੂੰ ਲੁੱਟਣਾ ਬੰਦ ਕਰਨ, ਨਹੀਂ ਤਾਂ ਪੰਜਾਬ ਪਹਿਲਾਂ ਹੀ ਤੇਜ਼ੀ ਨਾਲ ਪਿੱਛੇ ਜਾ ਰਿਹਾ ਔਰ ਪੰਜਾਬ ਦੇ ਵਿੱਚ ਸਕਾਰਾਤਮਕ ਰਾਜਨੀਤੀ ਕਰਨ, ਕਰਪਸ਼ਨ ਬੰਦ ਕਰਵਾਈ ਜਾਵੇ। ਇਹਨਾਂ ਦੇ ਲੋਕ ਨੇ ਬੜਾ ਮੁਸ਼ਕਿਲ ਇਹਨਾਂ ਵਾਸਤੇ ਕਰਨਾ। ਹੁਣ ਕੱਲ ਦੀ ਜਵਾਬ ਨਹੀਂ ਆ ਰਿਹਾ, ਕੋਈ ਟਵੀਟ ਨਹੀਂ ਹੋਇਆ ਸੀਐਮ ਸਾਹਿਬ ਦਾ, ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਸਰਕਾਰ ਨੇ ਐਲਪੀਯੂ ਦੇ ਬਾਰੇ, ਕੋਈ ਖੰਡਨ ਨਹੀਂ ਹੋਇਆ ਹਲੇ ਤੱਕ। ਇਹਦਾ ਮਤਲਬ ਹੈ ਐਡਮਿਸ਼ਨ साइलेंस अमाउंट्स टू एडमिशन, सरकार आप मानती है करप्शन हुई है। जी जी जी, लेकिन इस नॉर्थ दे विधान सभा हल्के ਜਿਹੜੀਆਂ 6 ਸੁਸਾਇਟੀਆਂ ਨੂੰ ਫੰਡ ਜਾਰੀ ਹੋਏ ਨੇ 10-10 ਲੱਖ ਰੁਪਏ ਦੇ, ਔਰ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਉਹਦੀ ਜਾਂਚ ਜਿਹੜੀ ਹੈ ਉਹ ਡਿਪਟੀ ਕਮਿਸ਼ਨਰ ਵੱਲੋਂ ਏਡੀਸੀ ਕੋਲੋਂ ਕਰਵਾਈ ਗਈ ਹੈ। ਸੋ ਮੈਨੂੰ ਮੌਕੇ ਤੇ ਜਾ ਕੇ ਪਤਾ ਲੱਗਾ ਕਿ ਹਾਂ ਕੁਝ ਗਰਾਊਂਡ ਦੇ ਉੱਤੇ ਬਹੁਤ ਸਾਰਾ ਕੁਝ ਨਹੀਂ ਸੀਗਾ। ਜਿਹੜੀਆਂ ਸੁਸਾਇਟੀਆਂ ਬਣੀਆਂ ਸੀ, ਕੁਝ ਲੋਕ ਸੀ ਜਿਹੜੇ ਬਹੁਤ ਸਾਰੀਆਂ ਸੁਸਾਇਟੀਆਂ ਚ ਅਹੁਦੇਦਾਰ ਸੀ, ਔਰ ਉਹ ਲੋਕ ਸੀ ਜਿਨ੍ਹਾਂ ਦਾ ਉਹਨਾਂ ਦਾ ਸੰਬੰਧ ਹੀ ਕੋਈ ਨਹੀਂ ਸੀ, ਪੈਸੇ ਉਹ ਕਢਾ ਗਏ। ਉਹ ਕਿਵੇਂ ਕਢਾ ਗਏ? ਖਾਤਾ ਕਿਸੇ ਹੋਰ ਬੈਂਕ 'ਚ ਆ ਤੇ ਫੰਡ ਕਿਸੇ ਹੋਰ ਬੈਂਕ 'ਚ ਜਾਰੀ ਹੋ ਰਿਹਾ। ਇਸ ਤਰ੍ਹਾਂ ਦੀਆਂ ਬੜੀਆਂ ਬੇਨਿਯਮੀਆਂ ਸੀ, ਔਰ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਉਹਨਾਂ ਨੂੰ ਜਿਹੜੇ ਆ ਉਹ ਜਾਂਚ ਕਰਵਾਉਣ ਤੋਂ ਬਾਅਦ ਜਿਹੜੀ ਆ ਕਮਿਸ਼ਨਰ ਪੁਲਿਸ ਨੂੰ ਇਹਦੀ ਦੇਤੀ ਆ ਰਿਪੋਰਟ, ਤੇ ਉਹਨਾਂ ਨੂੰ ਪਰਚਾ ਦਰਜ ਕਰਨ ਦੀ ਹਦਾਇਤ ਵੀ ਕਰਤੀ ਹੈ। ਉਮੀਦ ਕਰਦੇ ਆ ਕਿ ਜਿਵੇਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹ ਕਾਰਵਾਈ ਪਾਉਂਦਾ, ਜਿਵੇਂ ਮੋਹਿਤ ਜੀ ਨੇ ਸਵਾਲ ਉਠਾਇਆ ਕਿ ਜਿਹੜੇ ਵੱਡੇ ਲੋਕ ਨੇ, ਕਿਉਂਕਿ ਮੈਂ ਨਹੀਂ ਮੰਨਦਾ ਕਿ ਭਗਵੰਤ ਮਾਨ ਸਰਕਾਰ ਕਿਸੇ ਪਾਸਿਓਂ ਕਮਜ਼ੋਰ ਹੈ। ਮੈਂ ਤਾਂ ਇਹ ਮੰਨਦਾ ਕਿ ਭਗਵੰਤ ਮਾਨ ਸਰਕਾਰ ਜਿਸ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ, ਜਿਸ ਤਰ੍ਹਾਂ ਦੇ ਉਹਨਾਂ ਨੇ ਕੁਝ ਕਰਕੇ ਵੀ ਥੋੜਾ ਥੋੜਾ ਦਿਖਾਇਆ, ਜਿਵੇਂ ਦੇਖੋ ਜ਼ਮੀਨੀ ਦਾ ਜਿਹੜਾ ਮਾਮਲਾ ਸੀਗਾ ਇਹ ਬਹੁਤ ਵੱਡਾ ਮਾਮਲਾ ਸੀ। ਕਦੀ ਇਹਦੇ ਤੇ ਬਹੁਤ ਲੰਬੀ ਬਹੁਤ ਦੇਰ ਪਹਿਲਾਂ ਜਾਂਚ ਹੋ ਚੁੱਕੀ ਸੀ ਆਈਜੀ ਲੈਵਲ ਤੇ, ਆਈਜੀ ਚੰਦਰ ਸ਼ੇਖਰ ਹੋਏ ਨੇ, ਉਹਨਾਂ ਨੇ ਕੀਤੀ ਸੀ ਇਹ। ਔਰ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸਿਆਸੀ ਹਲਕਿਆਂ 'ਚ ਘੁੰਮਦਾ ਰਿਹਾ। ਨਵਜੋਤ ਸਿੰਘ ਸਿੱਧੂ ਵੀ ਇਸ ਮਾਮਲੇ ਤੇ ਕੁਝ ਕਰਨਾ ਚਾਹੁੰਦੇ ਸੀ ਉਸ ਵੇਲੇ, ਕਿ ਚਾਹੁੰਦੇ ਸੀਗੇ ਕਿ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਈਏ ਜੀ, ਇੰਨੀ ਜ਼ਮੀਨ ਹੈ ਜਿਹਨੂੰ ਛਡਾਇਆ ਜਾ ਸਕਦਾ। ਇਸ ਪੇਚੀਦਾ ਮਾਮਲੇ ਨੂੰ ਹੱਥ ਪਾਇਆ ਆਮ ਆਦਮੀ ਪਾਰਟੀ ਸਰਕਾਰ ਨੇ। ਤੇ ਮੈਨੂੰ ਲੱਗਦਾ ਕਿ ਜਿਹੜਾ ਮੋਹਿਤ ਜੀ ਨੇ ਸਵਾਲ ਉਠਾਇਆ, ਰਾਜ ਸਭਾ ਮੈਂਬਰ ਕੀ ਜੇ ਆਪਣੇ ਮੰਤਰੀ ਨੂੰ ਹੱਥ ਪਾ ਸਕਦੇ ਨੇ, ਤੇ ਰਾਜ ਸਭਾ ਮੈਂਬਰ ਨੂੰ ਤਾਂ ਕਹਿਣਾ ਹੀ ਹੈ ਨਾ ਜੀ ਵੀ ਇਹ ਜਿਹੜੀ ਜ਼ਮੀਨ ਹੈ ਜੀ ਤੁਸੀਂ ਖਾਲੀ ਕਰੋ, ਜਾਂ ਉਹਦਾ ਜਿਹੜਾ ਕੋਈ ਨਾ ਕੋਈ ਹੱਲ ਤੇ ਜਿਹੜਾ ਘਟਾਉਣਗੇ। ਤੇ ਪਰਚਾ ਵੀ ਦਰਜ ਹੋਣ ਦੇ ਲਈ ਕੋਈ ਬਹੁਤੀ ਦੇਰ ਨਹੀਂ ਲੱਗਦੀ, ਪਤਾ ਉਦੋਂ ਹੀ ਲੱਗਦਾ ਜਦੋਂ ਆਰਡਰ ਆ ਜਾਂਦੇ ਵੀ ਲਓ ਜੀ ਪਰਚਾ ਦਰਜ ਹੋ ਗਿਆ। ਤੋ ਤੁਹਾਡੀ ਜਾਂਦੇ ਜਾਂਦੇ ਟਿੱਪਣੀ ਸਰੋਜ ਜੀ, ਇਹ ਸਾਰੇ ਮਾਮਲਿਆਂ ਉੱਤੇ ਕੀ ਕਹਿਣਾ ਚਾਹੋਗੇ? ਮੈਂ ਦੁਬਾਰਾ ਫੇਰ ਜੋ ਆਪਣੇ ਆਰਥਿਕ ਸਥਿਤੀ ਹੈ ਪੂਰੇ ਸੰਸਾਰ ਤੇ ਦੇਸ਼ ਦੀ, ਉਹਦੇ ਬਾਰੇ ਥੋੜਾ ਜਿਹਾ ਅੰਕੜੇ ਦੀ ਗੱਲ ਕਰਕੇ ਆਪਣੀ ਗੱਲ ਸਮਾਪਤ ਕਰਾਂਗਾ। ਤੇ ਇੱਕ ਨਾਲ ਮੈਂ ਆਪਣੇ ਜੋ ਸਾਡੇ ਪੰਜਾਬੀ ਕਿਸਾਨ ਨੇ ਉਹਨਾਂ ਦੇ ਵੀ ਚਰਨਾਂ 'ਚ ਇੱਕ ਬੇਨਤੀ ਕਰਾਂਗਾ ਕਿ ਅਸੀਂ ਕਿਸਾਨ ਅੰਦੋਲਨ ਦੀ ਅਗਵਾਨੀ ਕੀਤੀ। ਅਸੀਂ 32, 33 ਜਾਂ 34 ਜਿੰਨੀਆਂ ਵੀ ਉਹ ਕਿਸਾਨ ਯੂਨੀਅਨਾਂ ਸਨ, ਜਿਨ੍ਹਾਂ ਦੇ ਨੇਤਾਵਾਂ ਨੂੰ ਅਸੀਂ ਕਿਸਾਨ ਨੇਤਾ ਮੰਨਦੇ ਹਾਂ। ਮੇਰੀ ਉਹਨਾਂ ਦੇ ਇੱਕੇ ਬੇਨਤੀ ਹੈ ਪੰਜਾਬੀ ਕਿਸਾਨਾਂ ਦੇ ਕਿ ਇਹਨਾਂ ਸਾਰੇ ਕਿਸਾਨ ਨੇਤਾਵਾਂ ਚੋਂ ਕਿਸੇ ਇੱਕ ਦਾ ਵੀ ਮੈਨੂੰ ਨਾਮ ਗਿਣਾਓ ਵੀ ਇੱਕ ਵੀ ਕਿਸੇ ਨੇਤਾ ਨੇ 10 ਵੀ ਕਿਸਾਨਾਂ ਨੂੰ ਖੁਸ਼ਹਾਲ ਕੀਤਾ ਹੋਵੇ, ਕੋਈ ਅਜਿਹਾ ਮਾਡਲ ਦਿੱਤਾ ਹੋਵੇ ਜਿਸ ਦੇ ਉੱਪਰ ਚੱਲ ਕੇ ਸਾਡੇ ਪੰਜਾਬ ਦੇ 10 ਕਿਸਾਨ ਖੁਸ਼ਹਾਲ ਹੋ ਗਏ ਹੋਣ, ਉਹਨਾਂ ਦੀ ਪੈਦਾਵਾਰ ਵੱਧ ਗਈ ਹੋਵੇ, ਉਹਨਾਂ ਨੂੰ ਉੱਨਤ ਬੀਜਾਂ ਬਾਰੇ, ਰੇਹਾਂ ਸਪਰੇਹਾਂ ਬਾਰੇ ਕੋਈ ਜਾਣਕਾਰੀ ਇਹਨਾਂ ਵੱਲੋਂ ਕਦੇ ਦਿੱਤੀ ਗਈ। ਅਸੀਂ ਕਿਸਾਨਾਂ ਦੀ ਲੜਾਈ ਲੜਦੇ ਹਾਂ, ਲੜਦੇ ਸੀ, ਲੜਦੇ ਰਹਾਂਗੇ। ਵੀ ਕਿਉਂ ਲੜਦੇ ਰਹਾਂਗੇ? ਕੋਈ ਮੁੱਦਾ ਹੈ, ਉਹਦਾ ਕੋਈ ਸੋਲੂਸ਼ਨ ਹੈ, ਉਹਦਾ ਕੋਈ ਹੱਲ ਅਸੀਂ ਖੋਜਾਂਗੇ। ਇਹ ਕੀ ਗੱਲ ਹੋਈ ਕਿ ਅਸੀਂ ਲੜਦੇ ਸੀ, ਲੜਦੇ ਹਾਂ ਤੇ ਲੜਦੇ ਰਹਾਂਗੇ? ਅਸੀਂ ਕਿਉਂ ਲੜਦੇ ਰਹਿਣਾ ਹੈ? ਹੁਣ ਮੈਂ ਜਿਹੜੇ ਸਾਡੇ ਆਰਥਿਕ ਅੰਕੜੇ ਨੇ ਉਹਨਾਂ ਵੱਲ ਥੋੜਾ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਸਾਡੇ ਚੀਨ ਦਾ ਵੀ ਬਹੁਤ ਵੱਡਾ ਹਊਆ ਜਿਹੜਾ ਉਹ ਖੜਾ ਕੀਤਾ ਜਾਂਦਾ ਵੀ ਚੀਨ ਬਹੁਤ ਵੱਡੀ ਆਰਥਿਕ ਮਹਾਸ਼ਕਤੀ ਹੈ, ਚੀਨ ਇਹ ਹੈ, ਚੀਨ ਉਹ ਹੈ। ਇਹਦੇ 'ਚ ਕੋਈ ਡਾਊਟ ਨਹੀਂ ਹੈ। ਚੀਨ ਦੀ ਜੋ GDP ਹੈ ਉਹ ਸਾਡੇ ਭਾਰਤ ਦੀ GDP ਨਾਲੋਂ ਕਿਤੇ ਜ਼ਿਆਦਾ ਵੱਡੀ ਹੈ। ਚੀਨ ਬਹੁਤ ਸਮਾਂ ਪਹਿਲਾਂ ਆਰਥਿਕ ਸੁਧਾਰਾਂ ਨੂੰ, ਆਰਥਿਕ ਨੀਤੀਆਂ ਨੂੰ ਲਾਗੂ ਕਰ ਚੁੱਕਿਆ ਸੀ। ਅਸੀਂ ਪਛੜ ਗਏ।
ਚੀਨ ਤੋਂ ਪਛੜ ਗਏ, ਜਿਸ ਕਰਕੇ ਅਸੀਂ ਅੱਜ ਚੀਨ ਤੋਂ ਕਿਤੇ ਨਾ ਕਿਤੇ ਪਿੱਛੇ ਨਜ਼ਰ ਆਉਂਦੇ ਹਾਂ। ਪਰ ਪਿਛਲੇ 8 ਸਾਲਾਂ 'ਚ ਕੀ ਵਾਪਰ ਰਿਹਾ ਹੈ? ਮੋਦੀ ਸਰਕਾਰ ਆਉਣ ਤੋਂ ਬਾਅਦ, ਮੇਕ ਇਨ ਇੰਡੀਆ ਲਾਗੂ ਕਰਨ ਤੋਂ ਬਾਅਦ, ਚੀਨ ਜੋ ਮਨਮੋਹਨ ਸਰਕਾਰ ਵੇਲੇ 2004 ਤੋਂ ਲੈ ਕੇ 2014 ਦੇ ਵਿੱਚ ਚੀਨ ਦਾ ਸਾਡੇ ਦੇਸ਼ ਨੂੰ ਐਕਸਪੋਰਟ ਜੋ ਇੰਨਾ ਜ਼ਿਆਦਾ ਵੱਧ ਗਿਆ ਸੀ, ਇੰਨਾ ਜ਼ਿਆਦਾ ਵੱਧ ਗਿਆ ਸੀ, ਉਸ ਨੂੰ ਮੇਕ ਇਨ ਇੰਡੀਆ ਦੇ ਤਹਿਤ ਕਿਤੇ ਨਾ ਕਿਤੇ ਪਿਛਲੇ 8 ਸਾਲਾਂ ਵਿੱਚ ਨੱਥ ਪਾਉਣ ਵਿੱਚ ਕੇਂਦਰ ਸਰਕਾਰ ਸਫਲ ਰਹੀ ਹੈ। ਚੀਨ ਦਾ ਸਾਡੇ ਦੇਸ਼ ਨੂੰ ਐਕਸਪੋਰਟ ਉਹਨਾਂ ਘੱਟ ਨਹੀਂ ਹੋਇਆ, ਪਰ ਜਿਹੜੇ ਹਾਈ ਵੈਲਿਊ ਪ੍ਰੋਡਕਟਸ ਨੇ, ਜਿਨ੍ਹਾਂ ਤੋਂ ਬਹੁਤ ਮੋਟਾ ਮੁਨਾਫਾ ਚੀਨ ਨੂੰ ਮਿਲਦਾ ਸੀ, ਉਹ ਤੇ ਬੈਨ ਲਗਾ ਕੇ ਜਾਂ ਹੋਰ ਤੌਰ ਤਰੀਕੇ ਵਰਤ ਕੇ ਉਸ ਮੋਟੇ ਮੁਨਾਫੇ ਨੂੰ ਕਿਤੇ ਨਾ ਕਿਤੇ ਨੱਥ ਪਾਈ ਗਈ ਹੈ। ਕੇਂਦਰ ਸਰਕਾਰ ਦੇ ਇਹਨਾਂ ਸਾਰੇ ਜੋ ਕੰਮ ਨੇ, ਉਹਨਾਂ ਦਾ ਅੱਜ ਨਤੀਜਾ ਵੀ ਨਜ਼ਰ ਆ ਰਿਹਾ ਹੈ। ਤੁਸੀਂ ਦੇਖੋ ਵੀ ਭਾਰਤ ਦੀ 2021 ਦੇ ਵਿੱਚ ਵਿਕਾਸ ਦਰ 8.7%, ਚੀਨ ਦੀ 8.1% ਹੈ, ਚੀਨ ਦੀ ਘੱਟ ਹੈ। 2022 ਦੇ ਵਿੱਚ ਭਾਰਤ ਦੀ ਵਿਕਾਸ ਦਰ 7.4 ਰਹੇਗੀ, ਪਰ ਚੀਨ ਦੀ 3.3 ਹੋ ਜਾਏਗੀ। ਤੁਸੀਂ ਦੇਖੋ 8.1 ਤੋਂ ਗਿਰ ਕੇ ਚੀਨ ਦੀ ਵਿਕਾਸ ਦਰ 3.3 ਰਹਿ ਜਾਏਗੀ। 2023 ਦੇ ਵਿੱਚ ਭਾਰਤ ਦੀ ਵਿਕਾਸ ਦਰ 6.1% ਰਹੇਗੀ ਤੇ ਚੀਨ ਦੀ ਵਿਕਾਸ ਦਰ 4.6% ਰਹੇਗੀ। ਮਤਲਬ ਕਿ ਚੀਨ ਭਾਰਤ ਤੋਂ ਪਿੱਛੇ ਰਹੇਗਾ। ਭਾਰਤ ਅਤੀਤ ਦੇ ਵਿੱਚ ਵੀ ਸੋਨੇ ਦੀ ਚਿੜੀ ਸੀ, ਵਿਸ਼ਵ ਗੁਰੂ ਸੀ, ਤੇ ਵਰਤਮਾਨ ਵੀ ਤੇ ਭਵਿੱਖ ਵੀ ਭਾਰਤ ਇਸੇ ਦਿਸ਼ਾ ਦੇ ਵਿੱਚ ਵੱਧ ਰਿਹਾ ਹੈ। ਕੇਂਦਰ ਸਰਕਾਰ ਭਾਰਤ ਨੂੰ ਉਮੀਦ ਕਰਦੇ ਆ ਜੀ, ਉਮੀਦ ਕਰਦੇ ਆ ਕਿ ਜੋ ਤੁਸੀਂ ਉਮੀਦਾਂ ਪ੍ਰਗਟ ਕੀਤੀਆਂ ਨੇ, ਕਦੇ ਨਾ ਕਦੇ ਉਹਨਾਂ ਦੇ ਉੱਤੇ ਭਾਰਤ ਖਰਾ ਉਤਰੇਗਾ। ਪਰ ਅਸੀਂ ਪੰਜਾਬੀ ਹਾਂ ਤੇ ਪੰਜਾਬ ਦੀ ਚਿੰਤਾ ਸਾਨੂੰ ਜ਼ਿਆਦਾ ਰਹਿੰਦੀ ਹੈ ਕਿ ਕੀ ਪੰਜਾਬ ਬਾਕੀ ਭਾਰਤ ਦੇ ਸਮਾਨਾਂਤਰ ਗਰੋਥ ਕਰ ਸਕੇਗਾ, ਹਰ ਖੇਤਰ ਤਰੱਕੀ ਕਰ ਸਕੇਗਾ। ਜਿਹੜੀ ਆਪਣੀ ਲੀਡਰਸ਼ਿਪ ਵਾਲੀ ਜਿਹੜੀ ਭੂਮਿਕਾ ਆ, ਜਿਹੜੀ ਹਮੇਸ਼ਾ ਅਸੀਂ ਕਹਿੰਦੇ ਦੀ ਲੀਡਰਸ਼ਿਪ ਕੀਤੀ ਸੀ, ਕੀ ਉਹਦੇ 'ਚ ਦੁਬਾਰਾ ਆ ਸਕੇਗਾ? ਉਹਦੇ ਵਾਸਤੇ ਮੌਜੂਦਾ ਸਰਕਾਰਾਂ ਦੀਆਂ ਨੀਤੀਆਂ ਕੀ ਕਹਿੰਦੀਆਂ ਨੇ, ਤੇ ਇਹ ਦੇਖਣਾ ਬਾਕੀ ਆ। ਮੋਹਿਤ ਭਾਰਦਵਾਜ ਜੀ, ਤੁਹਾਡੇ ਜਾਂਦੇ ਜਾਂਦੇ ਟਿੱਪਣੀ ਇਸ ਚੀਜ਼ ਦੇ ਉੱਤੇ ਕਿ ਪੰਜਾਬੀਆਂ ਨੂੰ ਕੀ ਕਰਨ ਦੀ ਜ਼ਰੂਰਤ ਹੈ, ਪੰਜਾਬ ਬਾਰੇ ਕਿੰਨੀਆਂ ਸੰਭਾਵਨਾਵਾਂ ਨੇ, ਕੀ ਸੋਚਣਾ ਪਊਗਾ? ਤੁਹਾਡੀ ਟਿੱਪਣੀ। ਐਸਾ ਜੀ, ਪੰਜਾਬੀਆਂ ਨੂੰ ਸੋਚਣਾ ਪਏਗਾ ਕਿ ਯੂਪੀ ਅੱਗੇ ਕਿਉਂ ਵਧ ਰਿਹਾ ਹੈ, ਗੁਜਰਾਤ ਅੱਗੇ ਕਿਉਂ ਵਧ ਰਿਹਾ ਹੈ, ਹਿਮਾਚਲ ਈਵਨ ਅੱਗੇ ਕਿਉਂ ਵਧ ਰਿਹਾ। ਬੱਦੀ ਜਾ ਕਰਕੇ ਦੇਖੋ ਕਿੰਨੀ ਇੰਡਸਟਰੀ ਉੱਥੇ ਚਲੀ ਗਈ ਹੈ। ਤੋ ਸਰਕਾਰ ਦੀ ਮਨਸ਼ਾ ਨੂੰ ਸਮਝਣਾ ਪਏਗਾ। ਮੈਂ ਛੋਟਾ ਹੁੰਦਾ ਸੀ, ਮੈਨੂੰ ਯਾਦ ਹੈ ਪੰਜਾਬ 'ਚ ਲਗਾਤਾਰ ਘੁੱਗੂ ਵੱਜਦੇ ਸੀ, ਸਵੇਰੇ 7 ਵਜੇ, 8 ਵਜੇ, 9 ਵਜੇ ਉਹ ਫੈਕਟਰੀਆਂ ਦੇ ਵੱਜਦੇ ਸੀ। ਛੁੱਟੀ ਹੋਣ ਦੇ ਫਿਰ ਦੁਪਹਿਰੇ 2 ਵਜੇ, ਸ਼ਾਮੀ 5 ਵਜੇ। ਅੱਜ ਉਹ ਘੁੱਗੂ ਕਿੱਥੇ ਨੇ? ਮਤਲਬ ਪੰਜਾਬ ਦੀ ਸਾਰੀ ਇੰਡਸਟਰੀ ਨਾ ਗਵਾਂਢੀ ਸੂਬਿਆਂ ਚਲੀ ਗਈ, ਕਿਉਂਕਿ ਉੱਥੇ ਸਟੇਬਲ ਸਰਕਾਰਾਂ ਨੇ, ਉਸਾਰੂ ਸੋਚ ਲੈ ਕੇ ਕੰਮ ਕਰਨ ਵਾਲੀਆਂ ਸਰਕਾਰਾਂ ਨੇ। ਮੈਨੂੰ ਇਹ ਗੱਲ ਕਹਿਣ 'ਚ ਕੋਈ ਗੁਰੇਜ ਨਹੀਂ ਕਿ ਭਾਰਤੀ ਜਨਤਾ ਪਾਰਟੀ ਮਾਤਰ ਐਸੀ ਪਾਰਟੀ ਹੈ ਜਿਹਦੀ ਉਸਾਰੂ ਸੋਚ ਹੈ। ਕੋਈ ਤੇ ਕਾਰਨ ਹੋਏਗਾ ਨਾ ਜੀ। 97 ਦੇ ਵਿੱਚ ਮੋਦੀ ਜੀ ਗੁਜਰਾਤ ਗਏ ਤੇ 2014 ਤੱਕ ਉੱਥੋਂ ਕਦੀ ਬੀਜੇਪੀ ਹਾਰੀ ਨਹੀਂ ਹੈ। ਅੱਜ ਉਹਦਾ ਹੁਣ ਇੱਕ ਗੈਸ ਪਾਈਪਲਾਈਨ ਦੇ ਉੱਤੇ ਦੇਸ਼ 'ਚ ਕੰਮ ਹੋ ਰਿਹਾ। ਫਿਊਚਰ ਦੇ ਵਿੱਚ ਆਪਾਂ ਗੈਸ ਦੇ ਉੱਤੇ ਜਿਹੜਾ ਘਰਾਂ 'ਚ ਕਨੈਕਸ਼ਨ ਦੇ ਰਹੇ ਨੇ, ਜਿੰਨੀਆਂ ਕੰਪਨੀਆਂ ਹੈ 95% ਗੁਜਰਾਤ ਦੀਆਂ ਕਿਉਂ ਨੇ? ਪੂਰੇ ਦੇਸ਼ 'ਚੋਂ ਜਾਲ ਵਿਛਾ ਰਹੀਆਂ ਨੇ, ਕਿਉਂਕਿ ਗੁਜਰਾਤ ਨੇ ਐਗਜ਼ਾਮਪਲ ਸੈੱਟ ਕੀਤਾ ਹੈ ਬਿਜ਼ਨਸ ਕਿਵੇਂ ਹੋਏਗਾ। ਗੁਜਰਾਤ ਦੇ ਕੋਲ ਖੇਤੀ ਜਾਂ ਰਿਸੋਰਸਿਸ ਤਾਂ ਇੰਨੇ ਨਹੀਂ ਸੀਗੇ, ਫਿਰ ਵੀ ਬਹੁਤ ਡਿਵੈਲਪਮੈਂਟ ਹੋਈ ਹੈ। ਤੋ ਇਸ ਲਈ ਪੰਜਾਬ ਵਾਸੀਆਂ ਨੂੰ ਸੋਚਣਾ ਪਏਗਾ ਕਿ ਉਸਾਰੂ ਸੋਚ ਲੈ ਕਰਕੇ ਰਾਜਨੀਤੀ ਕਰਨ ਵਾਲੀ ਪਾਰਟੀ ਦਾ ਸਾਥ ਦੇਣਾ ਪਏਗਾ। ਮਾਨनीय ਪ੍ਰਧਾਨ ਮੰਤਰੀ ਜੀ ਅਗਰ ਫਿਰੋਜ਼ਪੁਰ ਆਉਂਦੇ ਨੇ, ਪੰਜਾਬ ਨੂੰ ਸੌਗਾਤ ਦੇਣ ਆਏ ਸੀ ਕਈ 100 ਕਰੋੜ ਦੀ, ਅਸੀਂ ਉਹਨਾਂ ਦਾ ਵਿਰੋਧ ਕੀਤਾ। ਅਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਥੇ ਆਣ ਨਹੀਂ ਦੇਵਾਂਗੇ। ਫਿਰ ਸੋਚਾਂਗੇ ਕਿ ਈਜ਼ ਆਫ ਬਿਜ਼ਨਸ ਹੋਏਗਾ ਇੱਥੇ, ਫਿਰ ਸੋਚਾਂਗੇ ਸੂਬੇ 'ਚ ਤਰੱਕੀ ਹੋ ਪਾਏਗੀ ਕਿਆ? ਨਹੀਂ, ਇਸ ਤਰ੍ਹਾਂ ਨਹੀਂ ਚੱਲੇਗਾ। ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ। ਜੋ 1-2% ਲੋਕ ਨੇ ਪੰਜਾਬ ਦੇ, ਕੁਝ ਲੋਕ ਫੋਰਨ ਤੋਂ ਚੱਲਦੀ ਹੈ ਕੋਈ ਲੌਬੀ ਇੱਥੇ ਬੈਠ ਕਰਕੇ ਟਾਈ ਅਪ ਕਰਕੇ ਫੋਰਨ ਦੇ ਨਾਲ ਪੰਜਾਬ ਦਾ ਮਾਹੌਲ ਇਨਸਟੇਬਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਉਹਨਾਂ ਦੀਆਂ ਪਰਸਨਲ ਉਹਦੇ 'ਚ ਇੰਟਰਸਟ ਵੈਸਟਡ ਹੈ। ਮੈਨੂੰ ਲੱਗਦਾ ਪੰਜਾਬੀਆਂ ਨੂੰ ਸਮਝਣਾ ਪਏਗਾ ਐਸੀ ਪਾਰਟੀ ਦਾ, ਐਸੀ ਵਿਚਾਰਧਾਰਾ ਦਾ ਸਾਥ ਦਈਏ ਜੋ ਕਿ ਪੰਜਾਬ ਨੂੰ ਵੀ ਗੁਜਰਾਤ ਮਾਡਲ ਦੇ ਤਹਿਤ ਵਿਕਸਿਤ ਸੂਬਾ ਬਣਾ ਸਕੇ। ਜੀ, ਵੱਡੀਆਂ ਚੁਣੌਤੀਆਂ ਨੇ ਸੱਚਮੁੱਚ। ਮੋਹਿਤ ਜੀ, ਤੁਸੀਂ ਵੀ ਬੜਾ ਅੱਛਾ ਗੱਲ ਕੀਤੀ ਹੈ, ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਪੰਜਾਬ ਦੀ ਹੈ ਉਹਨੂੰ ਵੀ ਕਿਤੇ ਰੀਸ਼ਫਲ ਕਰਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਜਿਵੇਂ ਤੁਸੀਂ ਗੁਜਰਾਤ ਤੋਂ ਇੱਕ ਮੋਦੀ ਜੀ ਲਿਆਂਦਾ, ਉਹਨਾਂ ਨੂੰ ਦੇਸ਼ ਦੀ ਵਾਗਡੋਰ ਸੰਭਾਲਤੀ, ਤੇ ਮੈਨੂੰ ਲੱਗਦਾ ਪੰਜਾਬ ਨੂੰ ਵੀ ਇੱਕ ਮੋਦੀ ਪੈਦਾ ਕਰਨਾ ਪਵੇਗਾ ਜਿਹੜਾ ਪੰਜਾਬੀਆਂ ਦਾ ਮੋਦੀ ਹੋਏਗਾ। ਤੇ ਬੀਜੇਪੀ ਨੂੰ ਚਾਹੀਦਾ ਕਿ ਇਸ ਚੀਜ਼ ਤੇ ਕੰਮ ਕਰਨ ਕਿ ਪੰਜਾਬ ਨੂੰ ਪੰਜਾਬ ਵਰਗਾ, ਪੰਜਾਬੀਆਂ ਦੀ ਸੋਚ ਵਰਗਾ, ਪੰਜਾਬੀਆਂ ਦੀ ਸੋਚ ਨਾਲ ਸਮਾਨਾਂਤਰ ਮੇਲ ਕਰਕੇ ਅੱਗੇ ਵਧਾਉਣ ਵਾਲਾ ਕੋਈ ਜਿਹੜਾ ਲੀਡਰਸ਼ਿਪ ਆ ਉਹ ਪੰਜਾਬ ਨੂੰ ਦਰਕਾਰ ਹੈ, ਉਹਦੀ ਬਹੁਤ ਜ਼ਰੂਰਤ ਹੈ। ਤੋ ਇੱਥੇ ਆਪਾਂ ਗੱਲਬਾਤ ਖਤਮ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਸਾਡੀ ਇਸ ਗੱਲਬਾਤ ਜਿਹੜੀ ਸਾਰਿਆਂ ਨੂੰ ਪਸੰਦ ਆਈ ਹੋਏਗੀ, ਔਰ ਸਾਡੀਆਂ ਭਾਵਨਾਵਾਂ ਜਿਹੜੀਆਂ ਇਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਅੱਗੇ ਫੈਲਾਉਣ ਦਾ ਕੰਮ ਕਰੋਗੇ। ਔਰ ਪੰਜਾਬੀਅਤ ਜਿੰਦਾਬਾਦ ਸੀ, ਜਿੰਦਾਬਾਦ ਹੈ, ਤੇ ਅੱਗੇ ਵੀ ਜਿੰਦਾਬਾਦ ਹੋਵੇਗੀ। ਇਸੇ ਕਾਮਨਾ ਨਾਲ ਇੱਥੇ ਆਪਾਂ ਗੱਲਬਾਤ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਥੈਂਕ ਯੂ ਸੰਧੂ ਸਾਹਿਬ। ਧੰਨਵਾਦ ਜੀ, ਧੰਨਵਾਦ।